ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਆਪਣੇ ਰੇਡੀਓ ਪ੍ਰੋਗਰਾਮ ਦੇ ਲਾਈਵ ਪ੍ਰੋਗਰਾਮ ਨੇ ਜਿਹੜੇ ਉਹਨਾਂ ਦੀ ਰੂਪਰੇਖਾ ਕਿ ਭਾਰਤੀ ਸਮਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਸਵੇਰ ਦਾ ਲਾਈਵ ਹੁੰਦਾ 2 ਘੰਟੇ, ਤੇ ਸ਼ਾਮ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ 2 ਘੰਟੇ ਲਾਈਵ ਹੁੰਦਾ। ਸਵੇਰੇ 2 ਤੇ ਸ਼ਾਮ ਨੂੰ 2 ਘੰਟੇ, ਕਈ ਵਾਰੀ ਵੱਧ ਲੱਗ ਜਾਂਦਾ। ਇਸ ਦੌਰਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਐਡਵੋਕੇਟ ਵੀ ਆਪਣੇ ਨਾਲ ਜੁੜਦੇ ਨੇ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨੀ ਹੋਵੇ ਤਾਂ 98-763-09655 ਤੇ WhatsApp ਕਾਲ ਜਾਂ ਦੂਸਰੀ ਕਾਲ ਵੀ ਕੀਤੀ ਜਾ ਸਕਦੀ ਹੈ ਇਸੇ ਨੰਬਰ 9876309655 ਤੇ ਮੇਰੇ ਨਾਲ ਕਦੇ ਵੀ ਸਾਂਝ ਬਣਾ ਸਕਦੇ ਹੋ। ਆਪਣਾ ਟਿਵਾਣਾ ਰੇਡੀਓ ਦੇ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਸਾਡੀ ਵੈਬਸਾਈਟ ਹੈ tiwanaradio.com, ਜਿਸ ਦੇ ਉੱਤੇ ਤੁਹਾਨੂੰ ਸਾਡੀਆਂ ਜਿਹੜੀਆਂ ਐਪਸ ਨੇ ਆਈਫੋਨ ਤੇ ਐਂਡਰਾਇਡ ਐਪਸ, ਉਸ ਦੇ ਲਿੰਕ ਵੀ ਮਿਲਣਗੇ। ਟਿਵਾਣਾ ਰੇਡੀਓ ਦੇ YouTube ਪੇਜ ਅਤੇ ਮੇਰੇ ਆਪਣੇ ਪਰਮਿੰਦਰ ਸਿੰਘ ਟਿਵਾਣਾ ਦੇ ਜਾਂ ਟਿਵਾਣਾ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਇਹ ਪ੍ਰੋਗਰਾਮ ਲਾਈਵ ਹੁੰਦਾ ਹੈ। ਅਮਰੀਕਾ ਦੇ ਵਿੱਚ ਇਸ ਰੇਡੀਓ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ ਤੁਸੀਂ ਕਾਲ ਟੂ ਲਿਸਨ ਨੰਬਰ ਹੈ 667-930-9260 ਜਾਣੀ ਕਿ 667-930-9260 ਤੇ ਵੀ ਕਾਲ ਕਰਕੇ ਇਹਨਾਂ ਰੇਡੀਓ ਪ੍ਰੋਗਰਾਮਾਂ ਦਾ ਲੁਤਫ ਲੈ ਸਕਦੇ ਹੋ। ਸੋ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਤੁਹਾਨੂੰ ਗਿਆਨ, ਵਿਗਿਆਨ, ਸੱਭਿਆਚਾਰ, ਵਿਰਾਸਤ, ਸਿਆਸਤ ਨਾਲ ਜੋੜਿਆ ਜਾਵੇ। ਇਸੇ ਸਿਲਸਿਲੇ ਵਿੱਚ ਇਨੀ ਦਿਨੀ ਕਰੋਨਾ ਤੇ ਬਲੈਕ ਫੰਗਸ ਦਾ ਬਹੁਤ ਭੈ ਹੈ। ਇਸ ਸੰਬੰਧੀ 2 ਮਹਾਰ ਡਾਕਟਰ ਜਿਨ੍ਹਾਂ ਦੇ ਆਰਟੀਕਲ ਅੱਜ ਪੰਜਾਬੀ ਟ੍ਰਿਬਿਊਨ 'ਚ ਛਪੇ ਨੇ, ਧੰਨਵਾਦ ਸਾਹਿਬ, ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਕਰੋਨਾ ਤੋਂ ਬਲੈਕ ਫੰਗਸ ਦਾ ਭੈ, ਇਸ ਬਾਰੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਹਿਬ ਦਾ ਪਹਿਲਾ ਆਰਟੀਕਲ। ਉਸ ਤੋਂ ਬਾਅਦ 18 ਤੋਂ 45 ਸਾਲ ਦਾ ਜਿਹੜਾ ਉਸਾਰੂ ਵਰਗ ਹੈ ਉਸ ਨੂੰ ਕੋਵਿਡ ਦੇ ਟੀਕੇਕਰਨ ਦੀ ਕੀ ਮਹੱਤਤਾ, ਇਸ ਬਾਰੇ ਡਾਕਟਰ ਕਰਨਜੀਤ ਸਿੰਘ ਹੋਰਾਂ ਦਾ ਪੱਖ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਸੋ ਬੇਨਤੀ ਹੈ, ਬਹੁਤ ਕਮਾਲ ਦੀਆਂ ਜਾਣਕਾਰੀਆਂ ਨੇ, ਬੜੇ ਮਹਾਰ ਡਾਕਟਰ ਨੇ ਦੋਨੋਂ ਹੀ, ਤੇ ਇਸ ਜਾਣਕਾਰੀ ਨੂੰ ਸੁਣੋ, ਆਪਣੇ ਆਪ ਤੇ ਲਾਗੂ ਕਰੋ ਤੇ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਇਨੀ ਦਿਨੀ ਇਸ ਬਲੈਕ ਫੰਗਸ ਤੇ ਕਰੋਨਾ ਦੇ ਮੁਤਲਕ ਜੋ ਖੌਫ ਹੈ ਉਸ ਤੋਂ ਨਿਜਾਤ ਦਿਵਾਉਣ ਦੇ ਵਾਸਤੇ ਉਹਨਾਂ ਤੱਕ ਇਹ ਪ੍ਰੋਗਰਾਮ ਦਾ ਲਿੰਕ ਜ਼ਰੂਰ ਅੱਗੇ ਸ਼ੇਅਰ ਕਰੋ। ਇਹ ਮੇਰੀ ਨਿੱਜੀ ਤੌਰ ਤੇ ਆਪ ਸਭ ਸੱਜਣਾਂ ਨੂੰ ਬੇਨਤੀ ਹੈ। ਤੇ ਇਸ ਦੌਰਾਨ ਥੋੜਾ ਜਿਹਾ ਕਰੋਨਾ ਤੇ ਬਲੈਕ ਫੰਗਸ ਦੇ ਬਾਰੇ ਮੈਂ ਆਰਟੀਕਲ ਸਾਂਝਾ ਕਰਾਂਗਾ ਆਪ ਜੀ ਨਾਲ। ਡਾਕਟਰ ਸ਼ਿਆਮ ਸੁੰਦਰ ਦੀਪਤੀ ਲਿਖਦੇ ਨੇ ਕਿ ਕਰੋਨਾ ਤੇ ਬਲੈਕ ਫੰਗਸ, ਕਾਲੀ ਉੱਲੀ ਦਾ ਜਿਹੜਾ ਭੈ ਹੈ ਉਹ ਅਸਲ ਦੇ ਵਿੱਚ ਹੈ ਕਿ ਕਿੱਦਾਂ ਬਚਿਆ ਜਾ ਸਕਦਾ। ਇਸ ਤੋਂ ਆਪਾਂ ਪਿਛਲੇ ਦਿਨ ਵੀ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦਾ ਆਰਟੀਕਲ ਸਾਂਝਾ ਕੀਤਾ ਸੀ। ਜਿਸ ਤਰ੍ਹਾਂ ਅਣਜਾਣੇ ਦੇ ਵਿੱਚ ਅਸੀਂ ਕਈ ਸਟੈਪ ਚੁੱਕਦੇ ਹਾਂ ਜੋ ਸਾਡੇ ਲਈ ਘਾਤਕ ਹੁੰਦੇ ਨੇ, ਸੋ ਉਹਨਾਂ ਤੋਂ ਬਚਾਅ ਕਰੀਏ। ਇਲਾਜ ਪਰਹੇਜ਼ ਇਲਾਜ ਦੇ ਨਾਲੋਂ ਕਿਤੇ ਬਿਹਤਰ ਹੈ। ਕਰੋਨਾ ਨੂੰ ਲੈ ਕੇ ਸਥਿਤੀ ਅਜੇ ਪੂਰੀ ਸੰਭਲੀ ਨਹੀਂ। ਹੌਲੀ ਹੌਲੀ ਬਲੈਕ ਫੰਗਸ ਨੇ ਇੱਕ ਤੋਂ ਬਾਅਦ ਦੂਜੇ ਸੂਬੇ 'ਚ ਘੇਰਾ ਵਧਾਉਣਾ ਸ਼ੁਰੂ ਕੀਤਾ। ਲੋਕਾਂ ਦੇ ਮਨਾਂ ਦੇ ਵਿੱਚ ਕਰੋਨਾ ਦੇ ਨਾਲੋਂ ਬਲੈਕ ਫੰਗਸ ਦੀ ਦਹਿਸ਼ਤ ਵੱਧ ਹੈ ਕਿ ਮਰੀਜ਼ ਦੀਆਂ ਅੱਖਾਂ ਕੱਢਣੀਆਂ ਪੈ ਰਹੀਆਂ ਨੇ, ਕਿਸੇ ਦੀ 1 ਕਿਸੇ ਦੀ 2 ਬਲਾ। ਇਸ ਬਿਮਾਰੀ ਨੂੰ ਕਰੋਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ, ਪਰ ਡਰ ਹਰ ਇੱਕ ਦੇ ਮਨ ਦੇ ਵਿੱਚ ਹੈ। ਮਾੜੀ ਮੋਟੀ ਅੱਖ ਦੀ ਤਕਲੀਫ ਹੈ, ਲਾਲੀ ਪੈਂਦੀ ਹੈ, ਪਾਣੀ ਆਉਂਦਾ, ਸਭ ਤੋਂ ਪਹਿਲਾਂ ਬਲੈਕ ਫੰਗਸ ਦਿਮਾਗ ਤੇ ਹਾਵੀ ਹੋ ਜਾਂਦੀ ਹੈ ਕਿ ਕਿਤੇ ਬਲੈਕ ਫੰਗਸ ਤਾਂ ਨਹੀਂ ਹੋ ਗਿਆ। ਇਹ ਬਲੈਕ ਫੰਗਸ ਹੈ ਕੀ? ਫੰਗਸ ਆਮ ਭਾਸ਼ਾ ਦੇ ਵਿੱਚ ਜੇ ਸਮਝੀ ਤਾਂ ਉੱਲੀ ਨੂੰ ਕਿਹਾ ਜਾਂਦਾ, ਜੋ ਸਾਡੇ ਆਲੇ ਦੁਆਲੇ ਆਮ ਫੈਲਦੀ ਹੈ, ਮਿੱਟੀ 'ਚ ਹੁੰਦੀ ਹੈ, ਸਲਾਬੇ 'ਚ ਹੁੰਦੀ ਹੈ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪੈਂਦੀ। ਬਲੈਕ ਫੰਗਸ ਵੀ ਉਦਾਂ ਹੀ ਇਸੇ ਸਲਾਬੇ 'ਚ ਪੈਦਾ ਹੁੰਦੀ ਹੈ ਜਿੱਥੇ ਸਿੱਧੀ ਧੁੱਪ ਨਹੀਂ ਪੈਦਾ ਹੁੰਦੀ, ਤੇ ਇਹ ਬਹੁਤ ਘੱਟ ਮਰੀਜ਼ਾਂ ਵਾਲੀ ਬਿਮਾਰੀ ਹੈ। ਅਕਸਰ ਉਹਨਾਂ ਮਰੀਜ਼ਾਂ 'ਚ ਦਿਖਾਈ ਦਿੰਦੀ ਹੈ ਜਿਨ੍ਹਾਂ ਦੇ ਸਰੀਰ ਕਮਜ਼ੋਰ ਹੁੰਦੇ ਨੇ। ਦੂਜੇ ਮਰੀਜ਼ ਜੋ ਭਾਵੇਂ ICU ਦੇ ਵਿੱਚ ਲੰਮਾ ਪੈ ਰਹਿਣ, ਉਹਨਾਂ ਦੀਆਂ ਸਾਹ ਦੀਆਂ ਨਲੀਆਂ ਜੋ ਆਕਸੀਜਨ ਲਈ ਵਰਤੀਆਂ ਜਾਂਦੀਆਂ ਨੇ, ਲੋੜ ਮੁਤਾਬਕ ਸਮੇਂ ਸਿਰ ਬਦਲੀਆਂ ਨਹੀਂ ਜਾਂਦੀਆਂ, ਉੱਥੇ ਇਹ ਬਲੈਕ ਫੰਗਸ ਹਾਵੀ ਹੋ ਜਾਂਦੀ ਹੈ ਜੇ ਨਾਲੀਆਂ ਲੰਮੀ ਦੇਰ ਨਾ ਬਦਲੋ ਨਵੀਂ ਸਿਲ ਦੇ ਨਾਲ। ਇਹ ਮਰੀਜ਼ ਅਕਸਰ ਸ਼ੂਗਰ ਕਾਬੂ ਨਾ ਹੋਣ ਵਾਲੇ ਮਰੀਜ਼, ਕੈਂਸਰ, ਸ਼ਾਹ ਜਾਂ ਛਾਤੀ ਦੇ ਕਿਸੇ ਲੰਮੀ ਬਿਮਾਰੀ ਵਾਲੇ ਹੁੰਦੇ ਨੇ। ਯਾਨੀ ਕਿ ਉਹਨਾਂ ਤੇ, ਸ਼ੂਗਰ ਵਾਲਿਆਂ ਤੇ, ਕੈਂਸਰ ਜਾਂ ਛਾਤੀ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਤੇ ਇਹ ਉੱਲੀ ਜ਼ਿਆਦਾ ਅਸਰ ਕਰਦੀ ਹੈ। ਇਸ ਬਿਮਾਰੀ ਦਾ ਕਰੋਨਾ ਨਾਲ ਸੰਬੰਧ ਜੋੜਿਆ ਜਾ ਰਿਹਾ, ਉਸ ਦੀ ਵਜ੍ਹਾ ਕੀ ਹੈ? ਇਸ ਬਾਰੇ ਡਾਕਟਰ ਦੀਪਤੀ ਲਿਖਦੇ ਨੇ ਕਿ ਕਰੋਨਾ ਦਾ ਬਲੈਕ ਫੰਗਸ ਨਾਲ ਸੰਬੰਧ ਜੁੜ ਗਿਆ ਕਿਉਂਕਿ ਹੁਣ ਦੇਸ਼ ਦੇ ਵਿੱਚ ਕਰੋਨਾ ਬਿਮਾਰੀ ਹੈ, ਸਾਰੇ ਹਸਪਤਾਲ ਕਰੋਨਾ ਪੀੜਤਾਂ ਨਾਲ ਭਰੇ ਹੋਏ ਨੇ ਤੇ ਬਲੈਕ ਫੰਗਸ ਦਾ ਮਾਮਲਾ ਹੁਣ ਉਹਨਾਂ ਉੱਪਰ ਵੱਧ ਹੈ। ਉਂਝ ਕਰੋਨਾ ਵੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਦਾ। ਸਾਹ ਨਾਲੀਆਂ ਦੀ ਸਾਫ਼ ਸਫਾਈ ਵੀ ਇੱਕ ਕਾਰਨ ਹੈ। ਦੂਜਾ ਅਹਿਮ ਕਾਰਨ ਹੈ ਕਿ ਕਰੋਨਾ ਮਰੀਜ਼ਾਂ ਲਈ ਵਰਤੀ ਜਾ ਰਹੀ ਦਵਾਈ ਕੋਰਟੀਕੋਸਟੀਰਾਇਡ ਦੀ ਵੱਡੀ ਭੂਮਿਕਾ ਇਸ ਫੰਗਸ ਦੇ ਵਿੱਚ। ਇਹ ਜਿਹੜੀ ਕਰੋਨਾ ਮਰੀਜ਼ਾਂ ਲਈ ਵਰਤੀ ਜਾਂਦੀ ਬਿਮਾਰੀ ਹੈ ਕੋਰਟੀਕੋਸਟੀਰਾਇਡ, ਇਸ ਦਾ ਸਿੱਧਾ ਹਮਲਾ ਸਰੀਰ ਦੀ ਸੁਰੱਖਿਆ ਪ੍ਰਣਾਲੀ ਤੇ ਹੁੰਦਾ ਹੈ ਤੇ ਨਾਲੇ ਹੀ ਇਹ ਸਰੀਰ ਦੇ ਵਿੱਚ ਸ਼ੂਗਰ ਦੀ ਮਾਤਰਾ ਨੂੰ ਇੱਕਦਮ ਵਧਾ ਦਿੰਦੀ ਹੈ। ਇਹ ਜਿਹੜੀ ਦਵਾਈ ਹੈ
ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਇੱਕ ਜਿਸ ਆਦਮੀ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ ਉਸ ਦਾ ਬਲੱਡ ਸ਼ੂਗਰ 250 ਤੱਕ ਪਹੁੰਚ ਜਾਂਦਾ ਹੈ। ਜੇ ਉਸ ਨੂੰ ਪਹਿਲਾਂ ਹੀ ਸ਼ੂਗਰ ਹੈ ਤਾਂ ਉਸ ਦੀ ਸ਼ੂਗਰ 400-500 ਤੱਕ ਪਹੁੰਚ ਜਾਂਦੀ ਹੈ। ਇਹ ਕੋਰਟੀਕੋਸਾਈਡ ਜਿਹੜੀ ਦਵਾਈ ਹੈ ਕਰੋਨਾ ਵਾਸਤੇ ਦਿੱਤੀ ਜਾਂਦੀ ਹੈ, ਇਹਦੇ ਨਾਲ ਸ਼ੂਗਰ ਵੱਧਦਾ ਹੈ। ਸ਼ੂਗਰ ਦਾ ਵਧਣਾ ਤੇ ਫੰਗਸ ਦਾ ਹਮਲਾ ਆਪਸ ਦੇ ਵਿੱਚ ਜੁੜੇ ਹੋਏ ਨੇ, ਸੋ ਇਹ ਕਾਰਨ ਜ਼ਿਆਦਾ ਬਣਦਾ। ਇੱਕ ਤੇ ਦੇਖੋ ਇਸ ਮੈਡੀਸਨ ਦੇ ਨਾਲ ਜਿਵੇਂ ਡਾਕਟਰ ਸਾਹਿਬ ਨੇ ਲਿਖਿਆ ਕੋਰਟੀਸਾਈਡ ਜਿਹੜਾ ਦਿੱਤਾ ਜਾਂਦਾ ਇਹ ਜ਼ਰੂਰੀ ਹੈ, ਇਹਦੇ ਨਾਲ ਸ਼ੂਗਰ ਅਪ ਹੁੰਦਾ ਸਰੀਰ 'ਚ। ਜਿਹੜੇ ਆਲਰੇਡੀ ਸ਼ੂਗਰ ਪੇਸ਼ੈਂਟ ਨੇ ਉਹਨਾਂ ਦਾ ਸ਼ੂਗਰ ਹੋਰ ਅਪ ਹੋ ਜਾਂਦਾ ਹੈ। ਦੂਸਰਾ, ਇਸ ਦੌਰਾਨ ਜਿਹੜੀ ਅਸੀਂ ਕੜੀ ਘੋਲਦੇ ਹਾਂ ਕਿ ਦੇ ਦਿਓ ਜੂਸ, ਦੇ ਦਿਓ ਸੰਤਰੇ, ਦੇ ਦਿਓ ਮਿੱਠਾ, ਉਹ ਵੀ ਜਿਹੜਾ ਹੈਗਾ ਸ਼ੂਗਰ ਲੈਵਲ ਨੂੰ ਹੋਰ ਵਧਾਉਂਦੇ ਨੇ। ਇਸ ਦਾ ਵਧਣਾ, ਸ਼ੂਗਰ ਦਾ ਵਧਣਾ ਤੇ ਬਲੈਕ ਫੰਗਸ ਦੀ ਆਮਦ ਇਹ ਸੁਭਾਵਕ ਹੈ, ਇਤਫਾਕਨ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸ਼ੂਗਰ ਪੇਸ਼ੈਂਟ ਬਹੁਤ ਸਤਰਕ ਰਹਿਣ, ਉਹ ਆਪਣਾ ਲੈਵਲ ਕੰਟਰੋਲ ਰੱਖਣ, ਕਿਉਂਕਿ ਕਰੋਨਾ ਦੇ ਦੌਰਾਨ ਤਾਂ ਇਹ ਦੇਣੀ ਪੈਣੀ ਹੈ। ਇਹ ਜਿਹੜੀ ਕੋਰਟੀਕੋਸਾਈਡ ਮੈਡੀਸਿਨ ਹੈ ਜਿਸ ਦੇ ਨਾਲ ਇਹ ਸ਼ੂਗਰ ਤੁਹਾਡਾ ਬਲੱਡ ਸ਼ੂਗਰ 250 ਤੱਕ ਜਾਂਦਾ ਹੈ। ਪਰ ਅਸੀਂ ਜਿਹੜੀ WhatsApp ਯੂਨੀਵਰਸਿਟੀਆਂ ਕਿ ਦੇ ਦਿਓ ਮਿੱਠਾ, ਇਸੇ ਕਰਕੇ ਕਰੋਨਾ ਪੇਸ਼ੈਂਟ ਨੂੰ ਜਾਂ ਅੱਜ ਕੱਲ੍ਹ ਜੋ ਪੇਸ਼ੈਂਟ ਨੇ ਤੁਸੀਂ ਵੇਖੋ ਉਹਨਾਂ ਨੂੰ ਗਲੂਕੋਜ਼ ਨਹੀਂ ਲੱਗ ਰਿਹਾ। ਨਹੀਂ ਅੱਗੇ ਹਰ ਬਿਮਾਰੀ 'ਚ ਮਾੜਾ ਜਿਹਾ ਕੋਈ ਬਿਮਾਰ ਹੋਇਆ ਦੇ ਗਲੂਕੋਜ਼। ਸੋ ਇਸ ਕਰਕੇ ਸਾਨੂੰ ਜਿਹੜੀ WhatsApp ਯੂਨੀਵਰਸਿਟੀ ਹੈ ਨਾ, ਆਮ ਲੋਕਾਂ ਨੂੰ ਵੀ ਜੂਸ ਦੀ ਬੇਲੋੜੀ ਵਰਤੋਂ ਨਹੀਂ ਕਰਨੀ ਚਾਹੀਦੀ। ਅਸੀਂ ਤਾਂ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਜੂਸ ਨਹੀਂ ਪੀਤਾ ਕਿਉਂਕਿ ਉਹਨਾਂ ਦਾ ਸਿਸਟਮ ਹੀ ਇਦਾਂ ਦਾ, ਉਹਨਾਂ ਨੂੰ ਵੀ ਧੱਕੇ ਨਾਲ ਜੂਸ ਪਿਆਈ ਜਾਂਦੇ ਆ। ਸੋ ਇਹ ਬਹੁਤ ਮਾੜਾ। ਸ਼ੂਗਰ ਬਹੁਤ ਕੰਟਰੋਲ ਰੱਖਣਾ ਚਾਹੀਦਾ ਅੱਜ ਕੱਲ੍ਹ ਹਰ ਬੰਦੇ ਨੂੰ। ਸ਼ੂਗਰ ਖਾ ਮਿੱਠਾ ਖਾ ਸ਼ੂਗਰ ਹੋ ਗਈ, ਖਾਣਾ ਪਿਆ ਕਰੇਲਾ, ਦੁੱਧ ਮਲਾਈਆਂ ਖਾ ਕੇ ਬਾਬੇ ਸੁਣਨਾ ਪਿਆ ਤਵੇਲਾ, ਇਹ ਸਾਡੀ ਫਿਤਰਤ ਹੈ। ਬੋਲਦੇ ਅਸੀਂ ਕੌੜਾ, ਸ਼ੂਗਰ ਦੇ ਅਸੀਂ ਮਰੀਜ਼ ਹਾਂ। ਖੈਰ, ਇਸ ਕਰਕੇ ਸ਼ੂਗਰ ਨੂੰ ਵੱਧ ਤੋਂ ਵੱਧ ਕੰਟਰੋਲ ਰੱਖੋ ਤੇ ਤੁਹਾਨੂੰ ਬਲੈਕ ਫੰਗਸ ਦਾ ਫਿਰ ਕੋਈ ਖਤਰਾ ਨਹੀਂ ਹੈ। ਕੀ ਇਹ ਕਰੋਨਾ ਦੀ ਤਰ੍ਹਾਂ ਦੂਜੇ ਤੋਂ ਫੈਲਦੀ ਹੈ ਬਲੈਕ ਫੰਗਸ? ਇਸ ਦੇ ਬਾਰੇ ਡਾਕਟਰ ਦੀਪਤੀ ਲਿਖਦੇ ਨੇ ਕਿ ਬਲੈਕ ਫੰਗਸ ਫੈਲਣ ਦੀ ਗੱਲ ਉਸ ਨੂੰ ਮੌਕਾ ਮਿਲਣ ਦੇ ਨਾਲ ਜੁੜੀ ਹੋਈ ਹੈ। ਫੰਗਸ ਉੱਲੀ ਸਾਡੇ ਆਲੇ ਦੁਆਲੇ ਰਹਿੰਦੀ ਹੈ, ਸਾਡੇ ਸਰੀਰ ਦੀ ਚਮੜੀ ਤੇ ਇਹ ਹਮੇਸ਼ਾ ਆਉਂਦੀ ਹੈ। ਗਰਮੀ ਦੇ ਵਿੱਚ ਪਾਊਡਰ ਦਾ ਇਸਤੇਮਾਲ ਇਸ ਲਈ ਕੀਤਾ ਜਾਂਦਾ ਕਿ ਫੰਗਸ ਨਾ ਪਨਪੇ। ਪਸੀਨਾ ਅਤੇ ਤਾਪਮਾਨ ਇੱਕ ਵਧੀਆ ਵਾਤਾਵਰਣ ਬਣਾਉਂਦੇ ਨੇ ਤੇ ਫੰਗਸ ਉੱਥੇ ਫਿਰ ਫੁੱਲਦੀ ਹੈ ਜਦੋਂ ਪਸੀਨਾ ਆਉਂਦਾ ਹੈ। ਕਰੋਨਾ ਦੀ ਬਿਮਾਰੀ ਦਾ ਵਾਇਰਸ ਇੱਕ ਦੂਸਰੇ ਦੇ ਨੇੜੇ ਆਉਣ ਤੇ ਖਾਂਸੀ ਜ਼ੁਕਾਮ ਵੇਲੇ ਖੰਘ ਨਿਸ਼ਰਾਈ ਫੈਲਦਾ, ਜਦੋਂ ਕਿ ਫੰਗਸ ਨੂੰ ਵਧਣ ਫੁੱਲਣ ਦੇ ਲਈ ਜਿੱਥੇ ਤਾਪਮਾਨ ਤੇ ਨਮੀ ਕੰਮ ਕਰਦੀ ਹੈ ਉੱਥੇ ਉਸ ਨੂੰ ਖੁਰਾਕ ਦੀ ਵੀ ਲੋੜ ਹੈ। ਸ਼ੂਗਰ ਦੇ ਵਿੱਚ ਸਰੀਰ ਦੇ ਵਿੱਚ ਵਧੀ ਹੋਈ ਸ਼ੂਗਰ ਇਹ ਮੌਕਾ ਦਿੰਦੀ ਹੈ ਇਸ ਫੰਗਸ ਨੂੰ ਵਧਣ ਦਾ। ਜੋ ਲੋਕ ਪਿਛਲੇ ਸਾਲ ਵੀ ਇਸ ਬਲੈਕ ਫੰਗਸ ਨਾਲ ਮਰੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਗਿਣਤੀ ਉਹੀ ਸੀ ਜਿਨ੍ਹਾਂ ਨੂੰ ਪਹਿਲਾਂ ਸ਼ੂਗਰ ਸੀ ਤੇ ਉੱਤੋਂ ਉਹਨਾਂ ਤੇ ਕਰੋਨਾ ਦਾ ਹਮਲਾ ਹੋ ਗਿਆ ਤੇ ਨਾਲ ਬਲੈਕ ਫੰਗਸ ਭੱਜੀ ਆਈ। ਬਲੈਕ ਫੰਗਸ ਇਸ ਤਰ੍ਹਾਂ ਸਾਹ ਰਾਹੀਂ ਇੱਕ ਦੂਸਰੇ ਦੇ ਨੇੜੇ ਆਉਣ ਤੇ ਨਹੀਂ ਫੈਲਦੀ, ਇਹ ਗੱਲ ਕਲੀਅਰ ਹੈ। ਇਹ ਤੁਹਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਆਮਦ ਤੇ ਜਲਦੀ ਅਟੈਕ ਕਰਦੀ ਹੈ। ਸੋ ਸ਼ੂਗਰ ਨੂੰ ਬਹੁਤ ਕੰਟਰੋਲ 'ਚ ਰੱਖੋ, ਸ਼ੁਰੂ ਤੋਂ ਹੀ ਸ਼ੂਗਰ ਦੇ ਮਰੀਜ਼ ਨਾ ਬਣੋ। ਕੋਰਟੀਕੋਸਟਰਾਇਡ ਜਿਹੜੀ ਮੈਡੀਸਨ ਹੈ ਇਸ ਨੇ ਕਈਆਂ ਦੀ ਜਾਨ ਬਚਾਈ ਹੈ। ਫਿਰ ਇਹ ਫੰਗਸ ਦਾ ਡਰ ਤੇ ਇਹ ਹਾਲਤ ਕਿਵੇਂ ਹੈ, ਇਸ ਬਾਰੇ ਡਾਕਟਰ ਸਾਹਿਬ ਲਿਖਦੇ ਨੇ ਕਿ ਕੋਰਟੀਕੋਸਟੀਰਾਇਡ ਹੈ ਜਿਹੜੀ, ਇਸ ਨੂੰ ਜੀਵਨਦਾਤੀ ਦਵਾ ਕਿਹਾ ਜਾਂਦਾ। ਇਹ ਜਿਹੜੀ ਕੋਰਟੀਕੋਸਟੀਰਾਇਡ ਹੈ ਇਹ ਜੀਵਨਦਾਤੀ ਹੈ, ਜੀਵਨ ਦਿੰਦੀ ਹੈ। ਇਹ ਦਵਾ ਵੈਸੇ ਕੋਈ ਵੀ ਖਾਸ ਕਰਕੇ ਕੋਈ ਵੀ ਮੈਡੀਸਨ ਦੋ ਧਾਰੀ ਤਲਵਾਰ ਹੁੰਦੀ ਹੈ, ਜਿੱਥੇ ਜਾਨ ਬਚਾਉਂਦੀ ਹੈ ਉੱਥੇ ਥੋੜੇ ਹਰ ਮੈਡੀਸਨ ਦੇ ਨੁਕਸਾਨ ਵੀ ਨੇ। ਇਸ ਲਈ ਦਰਅਸਲ ਕਿਸੇ ਵੀ ਮੈਡੀਸਨ ਮਾਹਰ ਦੀ ਨਿਗਰਾਨੀ ਦੇ ਵਿੱਚ ਇਸ ਕੋਰਟੀਕੋਸਟੀਰਾਇਡ ਨੂੰ ਦੇਣਾ ਚਾਹੀਦਾ। ਤੇ ਜਦੋਂ ਕਿ ਹੋ ਕੀ ਰਿਹਾ, ਦੇਸ਼ ਦੇ ਮਾਹਰਾਂ ਨੇ ਮਿਲ ਕੇ ਇੱਕ ਸਟੈਂਡਰਡ ਦਵਾ ਦੀ ਸੂਚੀ ਤਿਆਰ ਕੀਤੀ ਹੈ ਜੋ ਹਰ ਪੋਜ਼ਿਟਿਵ ਮਰੀਜ਼ ਨੂੰ ਕਿੱਟ ਜਾ ਰਹੀ ਹੈ। ਪੰਜਾਬ ਦੇ ਵਿੱਚ ਵੰਡੀ ਜਾ ਰਹੀ ਜਿਹੜੀ ਫਤਿਹ ਕਿੱਟ ਹੈ ਸਰਕਾਰ ਵੱਲੋਂ, ਉਸ ਦੇ ਵਿੱਚ ਵੀ ਉਹੀ ਦਵਾਈਆਂ ਨੇ। ਆਪਾਂ ਇਸ ਚਰਚਾ ਦੇ ਵਿੱਚ ਨਾ ਪਈਏ ਕਿ ਉਸ ਸੂਚੀ ਦੇ ਵਿੱਚ ਵੀ ਜੋ ਐਂਟੀਬਾਇਓਟਿਕ ਵਰਤੇ ਜਾ ਰਹੇ ਨੇ ਉਹ ਪ੍ਰਭਾਵੀ ਨੇ ਜਾਂ ਨਹੀਂ। ਪਰ ਮੁਸ਼ਕਲ ਖੜੀ ਇਹ ਹੋ ਰਹੀ ਹੈ ਕਿ ਠੀਕ ਕਰਨ ਦੀ ਥਾਂ ਇਹ ਨੁਕਸਾਨ ਪਹੁੰਚਾ ਰਹੀ ਹੈ। ਇਸ ਦਵਾ ਦੀ ਸੂਚੀ ਇੱਕ ਦੂਸਰੇ ਤੋਂ WhatsApp ਰਾਹੀਂ ਖੁਦ ਭੇਜੀ ਜਾ ਰਹੀ ਹੈ, WhatsApp ਰਾਹੀਂ ਖੁਦ ਭੇਜੀ ਜਾ ਰਹੀ ਹੈ ਅਤੇ ਵਰਤਣ ਦੇ ਸੁਝਾਅ ਦਿੱਤੇ ਜਾ ਰਹੇ ਨੇ। ਕਿਉਂਕਿ ਮੈਂ ਵੀ ਕਿੱਟਾਂ ਲਈਆਂ ਸੀ, ਪ੍ਰਾਈਵੇਟ ਵੀ ਲਈ, ਸਰਕਾਰੀ ਵੀ ਆ ਗਈ ਸੀ ਬਾਅਦ 'ਚ। ਤੇ ਕਿਉਂਕਿ ਟੈਸਟ ਜੇ ਤੁਸੀਂ ਪ੍ਰਾਈਵੇਟ ਕਰਾਉਂਦੇ ਹੋ ਤੇ ਫਿਰ ਸਰਕਾਰੀ ਕਿੱਟ ਹੌਲੀ ਹੌਲੀ ਆਉਂਦੀ, ਉਹ 'ਚ ਵੀ ਅੱਧਾ ਸਮਾਨ ਨਹੀਂ ਹੁੰਦਾ। ਜਾਂ ਦਵਾਈ ਦੀ ਡੋਜ਼ ਜਿਹੜੀ 500 mg ਚਾਹੀਦੀ ਸੀ ਉਹ 100 mg ਉਹ ਦੇਈ ਗਏ। ਤੇ ਬਾਅਦ ਦੇ ਵਿੱਚ ਜਦੋਂ ਚੈੱਕ ਕੀਤਾ, ਡਾਕਟਰ ਨੂੰ ਪੁੱਛਿਆ, ਉਹ ਕਹਿੰਦਾ ਵੀ ਇਹਦੇ ਨਾਲ ਗੱਲ ਨਹੀਂ ਬਣਨੀ। ਮਤਲਬ ਪ੍ਰਾਈਵੇਟ ਕਿੱਟ 'ਚ ਵੀ 100 mg ਤੇ ਸਰਕਾਰੀ 'ਚ ਤਾਂ ਚਲੋ ਹੈ ਹੀ 100 mg ਸੀ, ਹਾਲਾਂਕਿ ਚਾਹੀਦੀ 500 mg ਸੀ।
ਉਹ ਦੂਜੇ ਦਿਨ ਜਦੋਂ ਸਟੱਡੀ ਕੀਤਾ ਡਾਕਟਰ ਨੇ ਦੇਖਿਆ ਤੇ ਉਹ ਕਹਿੰਦਾ ਜੀ ਇਹਨੂੰ ਵਧਾਉਣਾ ਪੈਣਾ 500 mg। ਫਿਰ ਮਤਲਬ ਸਰੀਰ ਕਾਫੀ ਦਰੁਸਤ ਹੋਇਆ। ਇਸ ਕਰਕੇ ਜਿਹੜੀ ਉਹਨਾਂ ਕੋਲ ਹੁੰਦੀ ਹੈ ਨਾ, ਪ੍ਰਾਈਵੇਟ ਕਿੱਟ ਵਾਲੇ ਵੀ ਤੇ ਦੂਸਰੇ ਵੀ ਠੋਕ ਦਿੰਦੇ ਨੇ। ਇਸ ਕਰਕੇ ਡਾਕਟਰ ਦੀ ਜਿਹੜੀ ਹੈ ਨਾ ਜਿਹੜੀ ਐਡਵਾਈਸ ਨਾਲ ਜ਼ਰੂਰ ਲੈਣੀ ਚਾਹੀਦੀ ਹੈ। ਇਹ ਨਹੀਂ ਕਿ ਕਿੱਟ ਲੈ ਲਈ ਆਪਣਾ ਆਪ ਹੀ ਡਾਕਟਰ ਬਣ ਜਾਓ। ਜਦੋਂ ਵੀ ਕਿਸੇ ਨੂੰ ਮਾੜਾ ਮੋਟਾ ਸ਼ੱਕ ਹੁੰਦਾ ਹੈ, ਬੁਖਾਰ ਹੁੰਦਾ ਹੈ, ਖਾਰਸ਼ ਜ਼ੁਕਾਮ ਜਾਂ ਕਿਸੇ ਵੀ ਕਾਰਨ ਹੁੰਦਾ ਹੈ, ਤਾਂ ਇਹ ਜਿਹੜੀ ਲੋਕ ਕਿੱਟ ਸ਼ੁਰੂ ਕਰ ਲੈਂਦੇ ਨੇ। ਇਸ ਤੋਂ ਵੀ ਬਚਣਾ ਚਾਹੀਦਾ। ਉਹ ਇਹ ਦਵਾਈਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ। ਸਾਡੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਜਿਹੜੇ RMP ਰਜਿਸਟਰਡ ਗੈਰ ਸਿਖਲਾਈ ਵਾਲੇ ਡਾਕਟਰ ਨੇ, ਜੋ ਪਹਿਲਾਂ ਹੀ ਕੋਰਟੀਕੋਸਟੀਰੋਇਡ ਵਰਤਦੇ ਸੀ, ਹੁਣ ਜਦੋਂ ਕੋਵਿਡ ਅਤੇ ਸਟੀਰੋਇਡ ਦਾ ਸਬੰਧ ਆਪਸੀ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਤੈਅ ਸੂਚੀ ਦੇ ਵਿੱਚ ਕੋਰਟੀਕੋਸਟੀਰੋਇਡ ਜਾਂ ਵਾਈਸੋਲੋਨ ਜਾਂ ਪ੍ਰੈਡਿਸਲੋਨ ਵੀ ਨਾਲ ਜੋੜ ਦਿੱਤੀ। ਤੇ ਇਹ WhatsApp ਯੂਨੀਵਰਸਿਟੀ ਘੁੰਮ ਰਹੀ ਹੈ ਤੇ ਇਸ ਦਾ ਸਭ ਤੋਂ ਵੱਧ ਨੁਕਸਾਨ ਪੁੱਜ ਰਿਹਾ ਹੈ। ਇਹ ਤੁਹਾਡੀ ਸ਼ੂਗਰ ਲੈਵਲ ਨੂੰ ਬਹੁਤ ਅਪ ਕਰਦੀ ਹੈ, ਜੋ ਕੋਰੋਨਾ ਲਈ ਵੀ ਘਾਤਕ ਹੈ ਤੇ ਬਲੈਕ ਫੰਗਸ ਦੇ ਵਿੱਚ ਤਾਂ ਹੋਰ ਘਾਤਕ ਹੈ। ਇਸ ਕਰਕੇ ਡਾਕਟਰ ਦੀ ਰਾਏ ਤੋਂ ਬਿਨਾਂ ਇਹ ਮੈਡੀਸਨ ਨਾ ਵਰਤੋ। ਇਸ ਸਥਿਤੀ ਵਿੱਚ ਤੁਹਾਨੂੰ ਪੂਰੀ ਤਰ੍ਹਾਂ ਅਸੀਂ ਜਾਣੂ ਹੋ ਗਏ ਹਾਂ ਕਿ ਸੁਧਾਰ ਕਿਵੇਂ ਹੋਵੇ। ਦਰਅਸਲ ਕੋਰਟੀਕੋਸਟੀਰੋਇਡ ਦੀ ਭੂਮਿਕਾ ਦੇ ਦੋ ਪਹਿਲੂ ਨੇ। ਮਾਰੂ ਤੇ ਸਥਿਤੀ ਸੰਭਲਣ ਵਾਲੀ ਕੁਝ ਇਸ ਤਰ੍ਹਾਂ ਦੀ ਹੈ ਕਿ ਕੋਰੋਨਾ ਬਿਮਾਰੀ ਦੇ 3 ਪੜਾਅ ਸਭ ਜਾਣ ਗਏ ਨੇ: ਮਾਮੂਲੀ, ਮੱਧਮ ਤੇ ਗੰਭੀਰ। ਮਾਮੂਲੀ ਹਾਲਤ ਦੇ ਵਿੱਚ ਇਸ ਨੂੰ ਸ਼ੁਰੂ ਕਰਨਾ ਨੁਕਸਾਨ ਪਹੁੰਚਾਉਣ ਵਾਲਾ, ਕਿਉਂਕਿ 80 ਤੋਂ 85% ਕੇਸਾਂ ਦੇ ਵਿੱਚ ਵਾਇਰਸ ਆਪਣੀ ਉਮਰ ਭੋਗ ਕੇ ਮੁੱਕ ਜਾਂਦਾ ਹੈ। ਸਟੀਰੋਇਡ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਸਗੋਂ ਵਾਇਰਸ ਨੂੰ ਮੌਕਾ ਦਿੰਦਾ ਕਿ ਉਹ ਵੱਧ ਜਾਣ। ਬਿਮਾਰੀ ਦੇ 5-7 ਦਿਨ ਬਾਅਦ ਜਦੋਂ ਸਥਿਤੀ ਠੀਕ ਹੋਣ ਤੋਂ ਬਾਅਦ ਖਰਾਬ ਜਾਪੇ ਤਾਂ ਡਾਕਟਰ ਨਾਲ ਸੰਪਰਕ ਕਰੋ, ਉਸ ਦੀ ਸਲਾਹ ਲਈ ਜਾਵੇ। ਤੇ ਉਸ ਹਾਲਤ ਦੇ ਵਿੱਚ ਮੁੱਖ ਲੱਛਣ ਹੁੰਦੇ ਨੇ ਕਿ ਬੁਖਾਰ ਦਾ ਬਣੇ ਰਹਿਣਾ ਤੇ 102 ਤੱਕ ਪਹੁੰਚ ਜਾਣਾ, ਬੈਠੇ ਬੈਠੇ ਸਾਹ ਚੜ ਜਾਣਾ ਤੇ ਖਾਂਸੀ ਖਿੱਚ ਵੀ ਆਉਣੀ। ਜੇ ਆਕਸੀਮੀਟਰ ਹੈ ਤਾਂ ਉਸ ਦੇ ਵਿੱਚ ਆਕਸੀਜਨ ਦੀ ਮਾਤਰਾ 90 ਦੇ ਨੇੜੇ ਤੇੜੇ ਪਹੁੰਚਣਾ। ਅਸਲ ਦੇ ਵਿੱਚ ਇਹ ਸਮਾਂ ਹੈ ਕਿ ਜਿਹੜੀ ਕੋਰਟੀਕੋਸਟੀਰੋਇਡ ਸ਼ੁਰੂ ਕਰਨ ਦਾ, ਤੇ ਉਹ ਵੀ ਡਾਕਟਰ ਦੀ ਸਲਾਹ ਦੇ ਨਾਲ। ਇਸ ਤਰ੍ਹਾਂ ਤੀਸਰੇ ਤੇ ਗੰਭੀਰ ਪੜਾਅ ਦੇ ਵਿੱਚ ਇਸ ਦਵਾਈ ਦੀ ਕੋਈ ਵੱਡੀ ਭੂਮਿਕਾ ਨਹੀਂ ਹੈ। ਵੈਸੇ ਵੀ ਜੇ ਹਰ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਇਲਾਜ ਸਿਹਤ ਵਿਗਿਆਨ ਕੋਲ ਹੈ, ਪਰ ਲੰਮਾ ਸਮਾਂ ਵੀ ਹੈ ਤੇ ਮਹਿੰਗਾ ਵੀ ਹੈ। ਬਲੈਕ ਫੰਗਸ ਦਾ ਵੀ ਇਲਾਜ ਮੌਜੂਦ ਹੈ। ਪਹਿਲਾਂ ਸਥਿਤੀ ਨੱਕ ਤੋਂ ਸ਼ੁਰੂ ਹੁੰਦੀ ਹੈ ਜਦੋਂ ਖੂਨ ਵਗਦਾ ਹੈ, ਫਿਰ ਜਦੋਂ ਨੱਕ ਦੇ ਨੇੜੇ ਮੌਜੂਦ ਸਾਈਨਸ ਤੱਕ ਇਹ ਪਹੁੰਚਦੀ ਹੈ ਤੇ ਅੱਖਾਂ ਵੀ ਬਿਲਕੁਲ ਨੇੜੇ ਹੁੰਦੀਆਂ ਨੇ। ਨੱਕ ਅਤੇ ਦਿਮਾਗ ਦਾ ਵੀ ਆਪਸੀ ਸੰਬੰਧ ਹੈ। ਇਸ ਲਈ ਜਿੰਨਾ ਛੇਤੀ ਪਤਾ ਚੱਲੇ ਓਨਾ ਛੇਤੀ ਦਵਾ ਸ਼ੁਰੂ ਕਰਕੇ ਬਲੈਕ ਫੰਗਸ ਤੋਂ ਬਚਿਆ ਜਾ ਸਕਦਾ। ਅੱਖਾਂ ਤੇ ਪਹੁੰਚਣ ਸਮੇਂ ਅੱਖਾਂ ਕੱਢਣ ਦੇ ਨਾਲ ਜਾਨ ਬਚਾਈ ਜਾ ਸਕਦੀ ਹੈ, ਪਰ ਅਗਰ ਇਹ ਬਲੈਕ ਫੰਗਸ ਦਿਮਾਗ ਤੱਕ ਪਹੁੰਚ ਗਈ ਤੇ ਫਿਰ ਮੁਸ਼ਕਲ ਹਾਲਾਤ ਹੋ ਜਾਂਦੇ ਨੇ। ਕਿਉਂਕਿ ਠੀਕ ਹੈ, ਅਗਰ ਇਹ ਅੱਖਾਂ ਤੱਕ ਪਹੁੰਚੀ ਹੈ, ਤੁਸੀਂ ਅੱਖਾਂ ਕਢਵਾ ਕੇ ਇਸ ਤੋਂ ਬਚਾ ਕਰ ਸਕਦੇ ਹੋ, ਜਾਨ ਬਚ ਸਕਦੀ ਹੈ। ਤੇ ਇਹ ਕਈ ਸਰਕਾਰਾਂ ਨੇ ਇਸ ਨੂੰ ਮਹਾਮਾਰੀ ਘੋਸ਼ਿਤ ਕਰਨ ਦੀ ਵੀ ਗੱਲ ਕਰ ਰਹੀਆਂ ਨੇ, ਬਲੈਕ ਫੰਗਸ। ਇਸ ਦੇ ਨਾਲ ਕੀ ਹੋਵੇਗਾ, ਇਸ ਬਾਰੇ ਡਾਕਟਰ ਦੀਪਤੀ ਲਿਖਦੇ ਨੇ ਕਿ ਦੇਖੋ, ਮਹਾਮਾਰੀ ਘੋਸ਼ਿਤ ਕਰਨਾ ਇੱਕ ਅਲਰਟ ਹੈ, ਚੇਤਾਵਨੀ ਹੈ। ਇਸ ਲਈ ਮੁਸਤੈਦੀ ਦੇ ਨਾਲ ਤਿਆਰੀ ਕਰਨ ਦੀ ਲੋੜ ਹੈ। ਤਿਆਰੀ ਸਾਨੂੰ ਦਿਸ ਰਹੀ ਹੈ ਜੋ ਕੋਰੋਨਾ ਸਮੇਂ ਖੁੱਲ੍ਹ ਕੇ ਸਾਹਮਣੇ ਆਈ ਹੈ। ਦਰਅਸਲ ਤਿੰਨੇ ਮੁੱਖ ਮੁੱਦੇ ਨੇ ਕਿ ਬਲੱਡ ਸ਼ੂਗਰ ਨੂੰ ਕਾਬੂ 'ਚ ਰੱਖਣਾ, ਉਸ ਦੇ ਲਈ ਹਸਪਤਾਲ ਦੇ ਵਿੱਚ ਪੂਰਾ ਸਟਾਫ, ਡਾਕਟਰ ਤੇ ਨਰਸਾਂ ਚਾਹੀਦੀਆਂ ਨੇ। ਸਟੀਰੋਇਡ ਨੂੰ ਡਾਕਟਰਾਂ ਦੀ ਸਲਾਹ ਦੇ ਨਾਲ ਹਸਪਤਾਲ ਦੇ ਵਿੱਚ ਸ਼ੁਰੂ ਕਰਨਾ, ਉਸ ਲਈ ਬੈੱਡ ਚਾਹੀਦੇ ਨੇ। ਮਰੀਜ਼ ਦੀਆਂ ਨਾਲੀਆਂ, ਆਕਸੀਜਨ ਫਿਲਟਰ ਤੇ ਪਾਣੀ ਵਾਲੀ ਬੋਤਲ ਨੂੰ ਬਦਲਣਾ। ਈਵਨ ਆਕਸੀਜਨ ਵਾਲਾ ਜਿਹੜਾ ਸਿਲੰਡਰ ਹੈ ਉਹਦੇ ਵਿੱਚ ਵੀ ਜਿਹੜੀ ਪਾਣੀ ਵਾਲੀ ਬੋਤਲ ਲੱਗੀ ਹੈ ਉਹਦੇ ਵਿੱਚ ਵੀ ਉਬਾਲਿਆ ਹੋਇਆ ਪਾਣੀ ਪਾਉਣਾ ਚਾਹੀਦਾ। ਉੱਥੋਂ ਵੀ ਕਈ ਵਾਰੀ ਇਨਫੈਕਸ਼ਨ ਜਿਹੜੀ ਹੈ ਪਾਣੀ ਤੋਂ ਵੀ, ਕਿਉਂਕਿ ਟੂਟੀਆਂ 'ਚ ਨਮੀ ਹੁੰਦੀ ਹੈ, ਅੱਗੇ ਫੰਗਸ ਹੁੰਦੀ ਹੈ, ਉੱਥੋਂ ਇਹ ਉੱਲੀ ਉਹਦੇ ਰਾਹੀਂ ਵੀ ਆ ਸਕਦੀ ਹੈ, ਆਕਸੀਜਨ ਰਾਹੀਂ ਤੁਹਾਡੇ। ਇਸ ਤੋਂ ਇਲਾਵਾ ਵਾਰਡ ਦੀ ਸਾਫ਼ ਸਫਾਈ, ਵਾਰਡ ਦੇ ਨਿਯਮਾਂ ਦਾ ਤੌਰ ਤੇ ਜਿਹੜਾ ਫਿਊਮੀਗੇਸ਼ਨ ਮਤਲਬ ਕੀਟਾਣੂ ਰਹਿਤ ਕਰਨਾ, ਤੇ ਇਹ ਅਹਿਮ ਹਿੱਸਾ। ਫੰਗਸ ਵਾਰਡ ਵਿੱਚ ਹੋਵੇਗੀ ਤਾਂ ਮੌਕਾ ਮਿਲਦੇ ਮਰੀਜ਼ਾਂ ਤੱਕ ਜਾਏਗੀ। ਇਸ ਲਈ ਮੁੱਢਲੀ ਤਿਆਰੀ ਨਾਲ ਜੇ ਬਲੈਕ ਫੰਗਸ ਦਾ ਹਮਲਾ ਹੋ ਜਾਵੇ, ਦਵਾਈਆਂ ਮੁਹੱਈਆ ਕਰਾਉਣਾ। ਤੇ ਅੱਜ ਇੱਕ ਜਿਹੜੀ ਐਮਰਜੈਂਸੀ ਹਾਲਤ ਬਣੀ ਹੋਈ ਹੈ ਤੇ ਦਵਾਈਆਂ ਦੀ ਜਮ੍ਹਾਖੋਰੀ ਦੀਆਂ ਖਬਰਾਂ ਆ ਰਹੀਆਂ ਨੇ, ਬਲੈਕਮੇਲਿੰਗ ਸ਼ੁਰੂ ਹੋ ਰਹੀ ਹੈ। 5000 ਵਾਲੀ ਦਵਾਈ 70000 ਤੱਕ ਮਿਲਣ ਦੀਆਂ ਖਬਰਾਂ ਨੇ। ਇਹ ਵਿਚਾਰ ਦੇ ਰਹੇ ਨੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਹਿਬ। ਬਹੁਤ ਵਧੀਆ ਵਿਚਾਰ ਨੇ। ਥੋੜਾ ਜਿਹਾ ਪਰਹੇਜ਼ ਕਰਕੇ ਅਸੀਂ ਇਸ ਬਿਮਾਰੀ ਤੋਂ, ਮਾਰੂ ਬਿਮਾਰੀ ਤੋਂ ਬਚ ਸਕਦੇ ਹਾਂ। ਖਾਸ ਕਰਕੇ ਜਿਹੜੀ ਬਲੈਕ ਫੰਗਸ ਹੈ, ਸ਼ੂਗਰ ਨੂੰ ਅਸੀਂ ਨਾ ਪਨਪਣ ਦਈਏ। ਅਸੀਂ ਭਾਵੇਂ ਠੀਕ ਹੈ, ਕੋਈ ਲੋਕ ਸ਼ਰਾਬ ਦਾ ਸੇਵਨ ਜਾਂ ਹੋਰ ਜਿਹੜੀਆਂ ਗਲਤ ਚੀਜ਼ਾਂ ਦੇ ਇਸਤੇਮਾਲ ਕਰਦੇ ਨੇ ਜਿਸ ਨਾਲ ਇਹ ਜਿਹੜਾ ਸ਼ੱਕਰ ਰੋਗ ਫੈਲਦਾ, ਸੋ ਕਈਆਂ ਦੇ ਵਿੱਚ ਇਹ ਖਾਣ ਦਾ ਨਹੀਂ ਹੁੰਦਾ, ਪਰ ਕੋਸ਼ਿਸ਼ ਕਰੋ ਕਿ ਇਸ ਦੇ ਸ਼ਿਕਾਰ ਨਾ ਬਣੋ। ਇਹ ਬਹੁਤ ਜਾਨਲੇਵਾ ਸਾਬਤ ਹੋ ਰਿਹਾ ਹੈ।
ਇਸੇ ਤਰ੍ਹਾਂ ਡਾਕਟਰ ਕਰਨਜੀਤ ਵੀ ਲਿਖਦੇ ਨੇ ਕਿ 18 ਤੋਂ 45 ਸਾਲ ਉਸਾਰੂ ਵਰਗ ਦਾ ਕੋਵਿਡ ਟੀਕਾਕਰਨ ਦੇ ਕੀ ਅਸਰ ਨੇ, ਇਸ ਬਾਰੇ ਤੁਹਾਨੂੰ ਕੀ ਫਾਇਦਾ ਤੇ ਨੁਕਸਾਨ ਹੈ? ਕਿਉਂਕਿ ਲੋਕ ਹੁਣ ਟੀਕਾ ਲਗਾਉਣ ਦੇ ਲਈ ਤਿਆਰ ਤਾਂ ਹੋ ਰਹੇ ਨੇ, ਪਰ ਅਜੇ ਵੀ ਬਹੁਤ ਸਾਰੇ ਲੋਕ ਟੀਕੇ ਤੋਂ ਵਹਿਮ ਕਰ ਰਹੇ ਨੇ। ਖਾਸ ਕਰਕੇ 18 ਤੋਂ 45 ਸਾਲ ਦਾ ਜਿਹੜਾ ਵਰਗ ਹੈ, ਜਿਨ੍ਹਾਂ ਨੇ ਬੱਚੇ ਪੈਦਾ ਕਰਨੇ ਨੇ, ਉਹ ਇਸ ਕਰਕੇ ਟੀਕਾ ਨਹੀਂ ਲਵਾ ਰਹੇ। ਉਹਨਾਂ ਨੂੰ ਲੱਗਦਾ ਕਿ ਇਸ ਦੇ ਨਾਲ ਉਹਨਾਂ ਦੀ ਮਰਦਾਨਗੀ, ਉਹਨਾਂ ਦੀ ਬੱਚਾ ਜਣਨ ਦੀ ਜਿਹੜੀ ਸ਼ਕਤੀ ਹੈ, ਕੁੱਖਾਂ ਕਮਜ਼ੋਰ ਹੋਣਗੀਆਂ। ਇਹ ਲੋਕਾਂ 'ਚ ਵਹਿਮ ਫੈਲ ਰਿਹਾ। ਕੌਮੀ ਆਫਤ ਦੌਰਾਨ ਹਰੇਕ ਸਹੂਲਤ ਪ੍ਰਾਪਤ ਕਰਨਾ ਨਾਗਰਿਕ ਦਾ ਬੁਨਿਆਦੀ ਹੱਕ ਹੈ। ਇਹਨਾਂ ਸਹੂਲਤਾਂ ਨੂੰ ਸੁਚਾਰੂ ਰੂਪ ਦੇ ਵਿੱਚ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ। ਇਸ ਦੇ ਪਿੱਛੇ ਇੱਕ ਸ਼ਕਤੀ ਦਿਨ ਰਾਤ ਕੰਮ ਕਰਦੀ ਹੈ, ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਹਨਾਂ ਨੂੰ ਪਹੁੰਚਾਉਂਦੀ ਹੈ। ਉਹ ਸ਼ਕਤੀ ਹੈ 18 ਤੋਂ 45 ਸਾਲ ਦਾ ਵਰਗ। ਅਸਲ ਇਸ ਅਸਲੀਅਤ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ ਕਿ 45 ਸਾਲ ਤੋਂ ਉੱਪਰ ਵਾਲਾ ਵਰਗ ਵੀ ਇਸ ਵਿੱਚ ਯੋਗਦਾਨ ਪਾਉਂਦਾ, ਪਰ ਇਹ ਜਿਹੜੀ ਸ਼ਕਤੀ 18 ਤੋਂ 45 ਸਾਲ ਦਾ ਵਰਗ ਉਮਰ ਵਧਣ ਦੇ ਨਾਲ ਥੋੜ੍ਹੀ ਬਹੁਤੀ ਸੀਮਤ ਨਜ਼ਰ ਆਉਣ ਲੱਗ ਪੈਂਦੀ ਹੈ। ਭਾਰਤ ਵਿੱਚ ਇਸ ਵਕਤ ਤਕਰੀਬਨ 139 ਕਰੋੜ ਯਾਨੀ ਕਿ 1.39 ਬਿਲੀਅਨ ਆਬਾਦੀ 18 ਤੋਂ 45 ਸਾਲ ਦੇ ਦਰਮਿਆਨ ਹੈ ਤੇ ਇਸ ਜਵਾਨ ਕਾਰਜਸ਼ੀਲ ਆਬਾਦੀ ਦਾ 36 ਤੋਂ 37% ਤਕਰੀਬਨ 48 ਕਰੋੜ ਹੈ ਤੇ ਇਸ ਵਰਗ ਦਾ ਗਤੀਸ਼ੀਲ ਹੋਣਾ ਲਾਜ਼ਮੀ ਹੈ। ਇਸ ਨੂੰ ਰੋਕਣਾ ਦੇਸ਼ ਨੂੰ ਰੋਕਣ ਦੇ ਬਰਾਬਰ ਹੈ। ਇਸ ਲਈ ਕਿਉਂਕਿ ਇਹ ਲੋਕ 48 ਕਰੋੜ ਬੰਦਾ ਤਾਂ ਸਿੱਧਾ ਗਤੀਸ਼ੀਲ ਹੈ, ਕੰਮਾਂ ਕਾਜਾਂ ਤੇ ਜਾਂਦਾ ਹੈ। ਇਸ ਦੌਰਾਨ ਮਹਾਮਾਰੀ ਦੇ ਵਿੱਚ ਇਸ ਵਰਗ ਨੂੰ ਕੋਵਿਡ ਰੋਗ ਹੋਣਾ ਵੀ ਲਾਜ਼ਮੀ ਹੈ। ਮੌਤ ਦੀ ਦਰ ਭਾਵੇਂ ਇਸ ਦੇ ਵਿੱਚ ਘੱਟ ਹੈ, ਪਰ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਇੰਡੀਆ ਟੂਡੇ ਮੀਡੀਆ ਦੇ ਵਿੱਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖਬਰ ਛਪੀ ਦੇ ਵਿੱਚ ਦੱਸਿਆ ਗਿਆ ਕਿ 50% ਕੋਵਿਡ ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਉਮਰ 40 ਸਾਲ ਤੋਂ ਘੱਟ ਹੈ। 2020 ਦੇ ਵਿੱਚ ਕੋਵਿਡ ਦੌਰ ਤੇ ਹੁਣ ਦੇ ਦੌਰ ਦੇ ਵਿੱਚ ਕੋਈ ਅੰਤਰ ਨਹੀਂ ਹੈ। ਇਹਨਾਂ ਦੋਹਾਂ ਦੌਰਾਂ ਦੇ ਵਿੱਚ ਆਦਮੀਆਂ ਤੇ ਔਰਤਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਕਿਤੇ ਜ਼ਿਆਦਾ। ਕਈ ਕਾਰਨ ਨੇ, ਪਰ ਵੱਡਾ ਕਾਰਨ ਇਹ ਹੈ ਕਿ ਮਰਦ ਬਾਹਰ ਕੰਮ ਕਰਨ ਜਾਂਦੇ ਜ਼ਿਆਦਾ ਇਸ ਕੋਵਿਡ ਦਾ ਸ਼ਿਕਾਰ ਹੁੰਦੇ ਨੇ। ਇਸੇ ਕਰਕੇ 20 ਤੋਂ 40 ਸਾਲ ਦੀ ਉਮਰ ਦੇ 21% ਦੇ ਮੁਕਾਬਲੇ 50 ਤੋਂ 70 ਸਾਲ ਦੇ ਵਿਅਕਤੀਆਂ ਦੀ ਗਿਣਤੀ 13% ਰਹਿ ਜਾਂਦੀ ਹੈ ਜੋ ਕੋਵਿਡ ਤੋਂ ਪ੍ਰਭਾਵਿਤ ਹੁੰਦੇ ਨੇ। ਜੇ ਇਹਨਾਂ ਅੰਕੜਿਆਂ ਤੇ ਨਜ਼ਰ ਮਾਰੀ ਤਾਂ ਪਤਾ ਚੱਲਦਾ ਕਿ 20 ਤੋਂ 50 ਸਾਲ ਦੇ ਜਵਾਨ ਕਾਰਜਸ਼ੀਲ ਆਬਾਦੀ ਕਿਤੇ ਜ਼ਿਆਦਾ ਕੋਵਿਡ ਤੋਂ ਪ੍ਰਭਾਵਿਤ ਹੋ ਜਾਵੇਗੀ ਤੇ ਬਾਕੀ ਇਸ ਦੀ ਲਪੇਟ ਦੇ ਵਿੱਚ ਸਮੇਂ-ਸਮੇਂ ਅਨੁਸਾਰ ਆਈ ਜਾਣਗੇ। ਇਨੀ ਦਿਨੀ ਇਸ ਆਬਾਦੀ ਦਾ ਕੋਵਿਡ ਦੀ ਮਾਰ ਹੇਠ ਆਉਣਾ ਕਿੰਨਾ ਨੁਕਸਾਨਦੇਹ ਹੈ, ਅੰਦਾਜ਼ਾ ਲਾਉਣਾ ਮੁਸ਼ਕਲ ਹੈ। ਕਿੰਨੀਆਂ ਦਿਹਾੜੀਆਂ ਖਰਾਬ ਹੁੰਦੀਆਂ ਨੇ, ਕਿੰਨਾ ਦਾ ਕੰਮ ਪਿੱਛੇ ਪੈਂਦਾ, ਮੁਲਕ ਦੀ ਗਤੀ, ਡਿਵੈਲਪਮੈਂਟ, GDP ਸਭ ਡਿੱਗਦੀ ਹੈ। ਇਹਨਾਂ ਦੇ ਵਿੱਚੋਂ 1 ਤੋਂ 0% ਤੇ 1 ਤੋਂ 5% ਮੌਤ ਦਾ ਸ਼ਿਕਾਰ ਵੀ ਹੁੰਦੇ ਨੇ। ਇਸ ਲਈ ਇਸ ਵਰਗ ਨੂੰ ਬਚਾਉਣਾ ਬਹੁਤ ਮਹੱਤਵਪੂਰਨ ਹੈ। ਡਾਕਟਰ ਕਰਨਜੀਤ ਸਿੰਘ ਲਿਖਦੇ ਨੇ ਕਿ ਮੇਰੀ ਸੋਚ ਦੇ ਮੁਤਾਬਕ ਡਾਕਟਰ ਕਰਨਜੀਤ ਸਿੰਘ ਹੋਰਾਂ ਦਾ ਆਰਟੀਕਲ ਹੈ। ਨਾਲ ਆਸਟ੍ਰੇਲੀਆ ਤੋਂ ਇੱਕ ਕਾਲ ਹੈ, ਮੈਂ ਉਹ ਲੈ ਲਾਂ, ਇਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਸਮਾਪਤੀ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਵਾਨਾ ਜੀ, ਸਤਿ ਸ਼੍ਰੀ ਅਕਾਲ ਜੀ ਤੇ ਸ਼ਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੁਨੀਆ ਭਰ ਜੀ। ਮੈਂ ਇੱਕ ਛੋਟਾ ਜਿਹਾ ਸਵਾਲ ਆਪ ਜੀ ਤੋਂ ਪੁੱਛਾਂਗਾ ਔਰ ਆਪ ਜੀ ਦੀ ਰਾਏ ਲਾਂਗਾ। ਇਹ ਦੱਸੋ ਕਿ ਤੁਸੀਂ ਭਾਰਤ ਦੇ ਅੰਦਰ ਕਦੋਂ ਤੱਕ ਸੋਚਦੇ ਹੈਗੇ ਹੋ, ਸਾਲ, 6 ਮਹੀਨੇ, 2 ਸਾਲ, ਕਿ ਭਾਰਤ ਕੋਵਿਡ ਤੋਂ ਨਿਜਾਤ ਪਾ ਲੇਗਾ, ਪਾ ਵੀ ਲਏਗਾ ਜਾਂ ਨਹੀਂ ਪਾਏਗਾ? ਕਿਸ ਤਰ੍ਹਾਂ ਦੇ ਹਾਲਾਤ ਆਉਣ ਵਾਲੇ ਨੀਅਰ ਫਿਊਚਰ ਦੇ ਅੰਦਰ ਤੁਸੀਂ ਸੋਚਦੇ ਹੈਗੇ ਹੋ ਜਾਂ ਤੁਹਾਨੂੰ ਨਜ਼ਰ ਆਉਂਦੇ ਪਏ ਨੇ? ਬਨਵੈਤ ਸਾਹਿਬ, ਜਿਸ ਤਰ੍ਹਾਂ ਅਸੀਂ ਲੋਕ ਪ੍ਰੀਕਾਸ਼ਨ, ਸਾਵਧਾਨੀਆਂ ਨਹੀਂ ਵਰਤ ਰਹੇ, ਮੈਨੂੰ ਲੱਗਦਾ ਕਿ ਇਹਦਾ ਅਸਰ ਅੰਦਾਜ਼ ਘੱਟ ਜੇ ਭਾਵੇਂ, ਪਰ ਥੋੜਾ ਬਹੁਤਾ ਰਹੇਗਾ ਵਾਇਰਸ ਦਾ। ਇਹ ਠੀਕ ਹੈ, ਜਿਵੇਂ ਟੀਕੇ ਨੇ ਅਸੀਂ ਨਹੀਂ ਲਵਾ ਰਹੇ ਲੋਕ, ਇਹ ਠੀਕ ਹੈ। ਟੀਕੇ ਦੇ ਦੋ ਪੱਖ ਨੇ। ਇੱਕ ਤਾਂ ਚਲੋ ਮੈਡੀਸਨ ਕੰਮ ਕਰਦੀ ਹੈ, ਭਾਵੇਂ 2 ਪੈਸੇ ਕਰਦੀ, ਭਾਵੇਂ 4 ਪੈਸੇ। ਦੂਸਰਾ ਜਿਹੜਾ ਇਹਦਾ ਸਾਈਕੋਲੋਜੀਕਲ ਇਫੈਕਟ ਹੈ, ਮਨੋਵਿਗਿਆਨਕ ਪੱਖ ਹੈ ਕਿ ਯਾਰ ਟੀਕਾ ਲੱਗਿਆ, ਜੋ ਮੇਰਾ ਤਜਰਬਾ 4-5 ਪੇਸ਼ੈਂਟ ਦਾ ਨਿੱਜੀ, ਮੇਰੀ ਵਾਈਫ ਸਮੇਤ, ਕਿ ਜਿਨ੍ਹਾਂ ਨੂੰ ਇੰਜੈਕਸ਼ਨ ਵੈਕਸੀਨ ਲੱਗੀ ਹੈ ਉਹਨਾਂ ਨੂੰ ਇਹ ਜੇ ਹੁੰਦਾ ਤਾਂ ਘੱਟ ਹੁੰਦਾ। ਸੋ ਜਿਸ ਕਰਕੇ ਹੁਣ ਸਾਡੇ ਲੋਕਾਂ ਤੇ ਦੂਸਰਾ ਮਨੋਵਿਗਿਆਨਕ ਇਫੈਕਟ ਵੀ ਰਹੇਗਾ ਕਿ ਮੈਂ ਵੈਕਸੀਨ ਕਰਵਾਈ ਹੈ, ਮੈਨੂੰ ਕੋਵਿਡ ਨੁਕਸਾਨਦਾਇਕ ਨਹੀਂ ਹੈ, ਕਿਉਂਕਿ ਕੋਵਿਡ ਦੇ ਵਿੱਚ ਮੌਤ ਜਾਣ ਦਾ ਵੱਡਾ ਕਾਰਨ ਤੁਹਾਡਾ ਡਰ ਜਾਣਾ, ਤੁਹਾਡਾ ਸਹਿਮ ਜਾਣਾ, ਸਾਈਕੋਲੋਜੀਕਲ ਇਫੈਕਟ ਵੀ ਹੈ। ਸੋ ਇਸ ਕੋਵਿਡ ਦੀ ਵੈਕਸੀਨ ਲਵਾਏ ਜਾਣ ਦਾ ਇੱਕ ਸਾਈਕੋਲੋਜੀਕਲ ਇਫੈਕਟ ਵੀ ਹੈ, ਇੱਕ ਸਾਇੰਟੀਫਿਕ ਤੇ ਹੈ ਹੀ ਹੈ, ਥੋੜਾ ਬਹੁਤਾ ਅਸਰ ਕਰਦੀ ਹੈ। ਬਿਲਕੁਲ ਦੀਵਾਨਾ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ, ਜੇ ਜੰਗਲ 'ਚ ਅੱਗ ਲੱਗੀ ਹੋਏ ਤੇ ਤੁਸੀਂ ਅੱਗ ਦੇ ਉੱਤੇ ਪਾਣੀ ਪਾਓ ਜੰਗਲ ਦੀ ਨੂੰ ਤੇ ਚਿੰਗਾਰੀਆਂ ਛੱਡ ਦੇਵੋ, ਸੋਚੋ ਕਿ ਚਿੰਗਾਰੀਆਂ ਦੁਬਾਰਾ ਜੰਗਲ ਦੀ ਅੱਗ ਦੇ ਅੰਦਰ ਨਹੀਂ ਬਦਲ ਦੇਣਗੀਆਂ, ਇਹ ਤੇ ਇੱਕ ਭੁਲੇਖਾ ਜੇ।
ਸੋ ਇਸ ਕਰਕੇ ਜਦ ਤੱਕ ਜੰਗਲ ਚ ਦੇ ਅੰਦਰੋਂ ਸਾਰੇ ਕਿਸਮ ਦੀਆਂ ਚਿੰਗਾਰੀਆਂ ਨਹੀਂ ਖਤਮ ਕੀਤੀਆਂ ਜਾਂਦੀਆਂ, ਜਿੱਥੋਂ ਅੱਗ ਫੈਲਣ ਦੇ ਦੁਬਾਰਾ ਫੇਰ ਚਾਂਸਸ ਨਜ਼ਰ ਆਉਂਦੇ ਹੋਣ, ਉਦੋਂ ਤੱਕ ਤੁਸੀਂ ਕਹੋ ਕਿ ਅੱਗ ਜੰਗਲ ਦੀ ਬੁਝਾ ਲਿੱਤੀ ਗਈ ਹੈ, ਨਹੀਂ ਬੁਝ ਸਕਦੀ। ਠੀਕ ਹੈ ਜੀ। ਇਹ ਲਾਗ ਲੱਗਣ ਦੀ ਬਿਮਾਰੀ ਹੈ, ਇੱਕ ਬੰਦੇ ਤੋਂ ਦੂਸਰੇ ਬੰਦੇ ਦੇ ਅੰਦਰ ਫਟਾਫਟ ਫੈਲਦੀ ਹੈ। ਜਿਹੜੇ ਮੁਲਕਾਂ ਨੇ ਇਹਦੇ ਤੇ ਕਾਬੂ ਪਾਇਆ ਹੈ, ਉਹਨਾਂ ਨੇ ਲੋਕਡਾਊਨ ਕਰਕੇ ਟਰੇਸ ਕੀਤਾ, ਆਈਸੋਲੇਸ਼ਨ ਕੀਤਾ, ਕੁਆਰੰਟੀਨ ਕੀਤਾ, ਉਹਨਾਂ ਲੋਕਾਂ ਨੂੰ ਅਲੱਗ ਕਰ ਦਿੱਤਾ, ਬਾਕੀ ਦਿਆਂ ਨੂੰ ਬਚਾਇਆ ਤੇ ਸੁਸਾਇਟੀ ਸਮਾਜ ਬਚ ਗਿਆ, ਦੇਸ਼ ਮੁਲਕ ਬਚ ਗਿਆ। ਸਾਡੇ ਇੱਥੇ ਹੁਣ ਇਸ ਸਮੇਂ ਇੱਕ ਵੀ ਕੇਸ ਨਹੀਂ ਹੈਗਾ। 100% ਲੋਕਾਂ ਦੀ ਗੈਦਰਿੰਗ ਹੈ, ਬਿਨਾਂ ਵੈਕਸੀਨੇਸ਼ਨ ਤੋਂ ਹੈਗੀ ਹੈ। ਕਿਉਂਕਿ ਜਦੋਂ ਵੀ 2 ਜਾਂ 4 ਜਾਂ 5 ਕੇਸ ਵੀ ਆਉਂਦੇ ਨੇ, ਤੁਰੰਤ ਉਹਨਾਂ ਨੂੰ ਉਹ ਆਈਸੋਲੇਟ ਕਰ ਦਿੰਦੇ ਨੇ, ਜਾਂਚ ਕਰਦੇ ਨੇ, ਟਰੇਸ ਕਰਦੇ ਨੇ ਤੇ ਕੁਆਰੰਟੀਨ ਦੇ ਉੱਤੇ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਉਦੋਂ ਤੱਕ ਨਹੀਂ ਸੁਸਾਇਟੀ ਦੇ ਅੰਦਰ ਆਉਣ ਦਿੰਦੇ ਜਦੋਂ ਤੱਕ ਉਹ ਨੈਗੇਟਿਵ ਨਾ ਆ ਜਾਣ। ਸੋ ਅਗਰ ਆਪਾਂ ਆਪਣੇ ਘਰ ਨੂੰ ਸਾਫ਼ ਕਰ ਲਿੱਤਾ ਤੇ ਮੇਨ ਦਰਵਾਜ਼ਾ ਘਰ ਦਾ ਬੰਦ ਕਰ ਦਿੱਤਾ, ਬਾਹਰੋਂ ਆਉਣ ਨਹੀਂ ਦੇਣਾ ਕਿਸੇ ਨੂੰ, ਤੇ ਘਰ ਦੇ ਅੰਦਰ ਬੰਦੇ ਜਿਹੜੇ ਮਰਜ਼ੀ ਕਮਰਿਆਂ 'ਚ ਤੁਰੇ ਫਿਰਨ, ਤੇ ਫਿਰ ਤੇ ਹੋ ਗਈ ਸਫਾਈ। ਤੇ ਜੇ ਦਰਵਾਜ਼ੇ ਵੀ ਖੁੱਲੇ ਛੁੱਟੇ ਛੱਡ ਕੇ ਰੱਖੇ ਔਰ ਬਾਹਰੋਂ ਆਉਣ ਦਿੱਤੇ ਜਾਣ, ਤਾਂ ਫਿਰ ਤਾਂ ਇਹ ਬਿਮਾਰੀ ਦਾ ਇਲਾਜ ਨਹੀਂ ਹੈ, ਅਨਲੈਸ ਅੰਟਿਲ ਸਾਰਾ ਵਰਲਡ ਇਸ ਨੂੰ ਵੈਕਸੀਨੇਸ਼ਨ ਨਾ ਲਗਾ ਲਵੇ, ਇੰਜੈਕਸ਼ਨ ਨਾ ਲੱਗ ਜਾਏ ਔਰ ਉਹ ਇੰਜੈਕਸ਼ਨ ਇਫੈਕਟਿਵ ਹੋਣ। ਇਸ ਕਰਕੇ ਮੈਨੂੰ ਨਹੀਂ ਲੱਗਦਾ ਭਾਰਤ ਦੇ ਅੰਦਰ ਆਉਣ ਵਾਲੇ ਸਾਲ 2 ਸਾਲਾਂ ਤੱਕ ਕੋਈ ਇਹੋ ਨਿਜਾਤ ਪਾ ਪਾਏਗਾ ਜਲਦੀ। ਜੀ ਜੀ, ਤੁਸੀਂ ਵੀ ਮੇਰੇ ਕੋਲ ਸ਼ਾਇਦ ਇਸ ਤਰ੍ਹਾਂ ਦੇ ਵਿਚਾਰ ਰੱਖਦੇ ਹੋਵੋਗੇ। ਹਾਂ, ਥੈਂਕ ਯੂ ਬਨਵਾਸ ਸਾਹਿਬ। ਬਿਲਕੁਲ, ਕਿਉਂਕਿ ਦੂਰ ਦਰਾਡੇ ਦੇ ਏਰੀਏ ਕੁਝ ਸਾਡੇ ਲੋਕਾਂ 'ਚ ਵਹਿਮ ਹੈ ਕਿ ਨਹੀਂ ਜੀ ਇਹਦੇ ਨਾਲ ਤੇ ਮਰਦਾਨਗੀ ਘਟ ਜਾਂਦੀ ਹੈ, ਇਹਦੇ ਨਾਲ ਤੇ ਬੱਚੇ ਨਹੀਂ ਪੈਦਾ ਹੋਣੇ, ਕਿਉਂਕਿ ਲੋਕੀ ਸਾਡੇ ਮਤਲਬ ਪਾਕਿਸਤਾਨ ਜਾਂ ਭਾਰਤ ਦੇ ਕੁਝ ਹਿੱਸਿਆਂ, ਭਾਰਤ 'ਚ ਵੀ ਕੁਝ ਕਮਿਊਨਿਟੀਜ਼ ਨੇ, ਉਹਨਾਂ ਨੂੰ ਵੀ ਵਹਿਮ ਹੈ ਕਿ ਪੋਲੀਓ ਦੀ ਦਵਾਈ ਹੋਣ ਨਾਲ ਤੁਹਾਡੀ ਜਿਹੜੀ ਮਰਦਾਨਾ ਸ਼ਕਤੀ ਘਟ ਜਾਂਦੀ ਹੈ। ਪਾਕਿਸਤਾਨ ਦੇ ਵਿੱਚ ਕਿੰਨੇ ਪੋਲੀਓ ਵਰਕਰ ਸੀ ਜਿਹੜੇ ਡੋਜ਼ ਦਿੰਦੇ ਸੀ, ਉਹਨਾਂ ਦਾ ਕਤਲ ਹੋਇਆ ਕਿ ਇਹ ਸਾਡੀ ਵਸੋਂ ਘਟਾ ਰਹੇ ਨੇ। ਉੱਥੇ ਫਿਰ ਉਹਨਾਂ ਲੋਕਾਂ ਦਾ ਕੀ ਹੱਲ ਕਰੋਗੇ? ਹਾਲਾਂਕਿ ਉਹਨਾਂ ਭਾਈਚਾਰਿਆਂ 'ਚ ਲੂਲੇ ਲੰਗੜਿਆਂ ਦੀ, ਅਪਾਹਜਾਂ ਦੀ ਤਾਦਾਦ ਜ਼ਿਆਦਾ ਹੈ, ਜਿੱਥੇ ਪੋਲੀਓ ਦਾ ਅਸਰ ਜ਼ਿਆਦਾ ਹੈ, ਕਿਉਂਕਿ ਪੋਲੀਓ ਮੈਡੀਸਨ ਉਹ ਅੰਧ ਵਿਸ਼ਵਾਸ ਦੇ ਅਧੀਨ ਨਹੀਂ ਲੈ ਰਹੇ। ਖੈਰ, ਸੋ ਇਸ ਕਰਕੇ ਜਿਵੇਂ ਤੁਸੀਂ ਬਨਵਾਸ ਸਾਹਿਬ ਆਖਿਆ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਅਸੀਂ ਕਹਿੰਦੇ ਸਾਡੀਆਂ ਦਿਹਾੜੀਆਂ ਖਰਾਬ ਹੋ ਜਾਣਗੀਆਂ, ਸਾਡਾ ਕੰਮ ਪਿੱਛੇ ਪੈ ਜੂ, ਜੇ ਕੋਵਿਡ ਵੈਕਸੀਨ ਲਵਾਈ ਤਾਂ ਫਿਰ ਸਾਨੂੰ ਬੁਖਾਰ ਹੋ ਜਾਊਗਾ, ਕਾਹਨੂੰ ਸੂਈ ਲਵਾਉਣੀ ਹੈ, ਕਿਉਂਕਿ ਅਸੀਂ ਸੂਆ ਲਵਾਉਣ ਤੋਂ ਡਰਦੇ ਬਹੁਤ ਹੈ, ਬਾਅਦ 'ਚ ਭਾਵੇਂ ਲੋਦੇ ਲਵਾਉਣੇ ਪੈ ਜਾਣ। ਸੋ ਇਹ ਵੀ ਇੱਕ ਕਾਰਨ ਹੈ। ਸੋ ਇਸ ਬਾਰੇ ਡਾਕਟਰ ਕਰਨਜੀਤ ਕਹਿੰਦੇ ਨੇ ਕਿ ਇਹ ਵੈਕਸੀਨ ਜਿਹੜੀ ਹੈ ਕਰਵਾ ਲੈਣੀ ਚਾਹੀਦੀ ਹੈ। ਇਸ ਕਰਕੇ ਇਸ ਵਰਗ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਸੋ ਡਾਕਟਰ ਸਾਹਿਬ ਦਾ ਕਹਿਣਾ ਕਿ ਮੇਰੀ ਸੋਚ ਮੁਤਾਬਕ ਇਸ ਵਰਗ ਨੂੰ ਟੀਕਾਕਰਨ ਸ਼ੁਰੂ ਕਰਨਾ ਚਾਹੀਦਾ ਸੀ, ਪਰ ਨੀਤੀ ਆਯੋਗ ਜਾਂ ਨੀਤੀ ਘਾੜੇ ਆਪਣੇ ਹੀ ਤਰੀਕੇ ਨਾਲ ਚੱਲਦੇ ਨੇ। ਉਹ ਸਲਾਹਕਾਰਾਂ ਦੀਆਂ ਸਲਾਹਾਂ ਦਾ ਜ਼ਰੂਰ ਮੰਨਦੇ ਨੇ, ਪਰ ਬਹੁਤੀਆਂ ਸਲਾਹਾਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਜੋ ਦੇਸ਼ ਨੂੰ ਚਲਾ ਰਹੇ ਲੋਕ ਨੇ। ਉਹਨਾਂ ਸਿਆਸੀ ਵਰਗਾਂ ਦੇ ਵਿੱਚ ਵੱਡੇ ਸਲਾਹਕਾਰ ਨਜ਼ਰ ਆਉਂਦੇ ਨੇ। ਸਿਆਸੀ ਸਲਾਹਕਾਰ ਵੀ ਜਾਣਦੇ ਨੇ ਕਿ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਸ਼ਾਮਲ ਹੋਣ ਤੇ ਰੈਲੀਆਂ ਦਾ ਪ੍ਰਬੰਧ ਕਰਨ ਦੇ ਵਿੱਚ 20 ਤੋਂ 25 ਸਾਲ ਦਾ ਵਰਗ ਹੀ ਕਾਰਗਰ ਸਾਬਤ ਹੁੰਦਾ ਹੈ। ਅਲੱਗ-ਅਲੱਗ ਤਰ੍ਹਾਂ ਦੀ ਵੈਕਸੀਨ ਪ੍ਰਾਪਤ ਹੋ ਗਈ ਹੈ ਤੇ ਹੋ ਰਹੀ ਹੈ। ਸਰਕਾਰ ਵੱਲੋਂ ਹੁਣ 18 ਤੋਂ 44 ਸਾਲ ਦੇ ਤਕਰੀਬਨ 36% ਲੋਕਾਂ ਨੂੰ ਵੈਕਸੀਨ ਦੇਣ ਦਾ ਉਪਰਾਲਾ ਵਧੀਆ। ਕੋਵਿਨ ਤੇ ਪਹਿਲਾਂ ਹੀ 10 ਮਿਲੀਅਨ ਦੇ ਕਰੀਬ 1 ਕਰੋੜ ਲੋਕਾਂ ਦੀ ਰਜਿਸਟ੍ਰੇਸ਼ਨ ਹੋ ਜਾਣੀ ਇੱਕ ਚੰਬਾ ਹੈ। ਇਸ ਨਾਲ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਦਾ ਕਿ ਬਲਕਿ ਪ੍ਰਤੱਖ ਪ੍ਰਮਾਣ ਮਿਲਦਾ ਹੈ ਕਿ ਇਹ ਵਰਗ ਕਿੰਨਾ ਸ਼ਕਤੀਸ਼ਾਲੀ ਤੇ ਪ੍ਰਗਤੀਸ਼ੀਲ ਹੈ। ਇਹਨਾਂ ਨੂੰ ਵੈਕਸੀਨ ਲਾਉਣ ਦਾ ਪ੍ਰਬੰਧ ਵੀ ਸਰਕਾਰ ਨੂੰ ਵੱਡੀ ਪੱਧਰ ਤੇ ਕਰਨਾ ਹੋਵੇਗਾ। ਕੇਂਦਰ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਵਰਗ ਦਾ ਪਹਿਲ ਦੇ ਆਧਾਰ ਤੇ ਬਿਨਾਂ ਸੂਬਿਆਂ ਤੇ ਬੋਝ ਪਾਇਆ ਵੈਕਸੀਨੇਸ਼ਨ ਕੀਤੀ ਜਾਵੇ। ਜੇ ਅਸੀਂ ਰੂਟੀਨ ਦੇ ਵਿੱਚ ਵੈਕਸੀਨੇਸ਼ਨ ਕਰਦੇ ਹਾਂ ਤਾਂ ਕਈ ਸਾਲ ਲੱਗ ਜਾਣਗੇ। ਅੰਦਾਜ਼ੇ ਮੁਤਾਬਕ ਚੱਲੀਏ ਤਾਂ ਤਕਰੀਬਨ 2 ਮਹੀਨੇ ਦੇ ਵਿੱਚ 4-5 ਕਰੋੜ ਜਵਾਨਾਂ ਨੂੰ ਹੀ ਵੈਕਸੀਨ ਲਗਾ ਸਕਦੇ ਹਾਂ ਤੇ ਅਸੀਂ ਆਪਣੇ ਮੁਲਕ ਨੂੰ ਸੁਰੱਖਿਅਤ ਕਰ ਸਕਦੇ ਹਾਂ, ਕਿਉਂਕਿ ਇਸ ਦੇ ਵਰਗ ਦੇ ਵਿੱਚ ਬਹੁਤ ਸਾਰੀ ਜ਼ਿਆਦਾ ਗਿਣਤੀ ਕੋਵਿਡ ਦਾ ਸ਼ਿਕਾਰ ਨੇ। ਉਮੀਦ ਹੈ ਕਿ ਜਿਸ ਜੋਸ਼ ਨਾਲ ਕੋਵਿਨ ਤੇ ਰਜਿਸਟ੍ਰੇਸ਼ਨ ਸ਼ੁਰੂ ਹੋਈ ਹੈ, ਉਸ ਦਾ ਤੇਜ਼ੀ ਨਾਲ ਵੈਕਸੀਨੇਸ਼ਨ ਕਰਕੇ ਇਸ ਵਰਗ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਡਾਕਟਰ ਕਰਨਜੀਤ ਸਿੰਘ ਹੋਰਾਂ ਦਾ ਮੈਂ ਨੰਬਰ ਅਨਾਉਂਸ ਕਰਾਂਗਾ, ਜੇ ਤੁਸੀਂ ਉਹਨਾਂ ਦੇ ਇਹਨਾਂ ਵਿਚਾਰਾਂ ਦੇ ਮੁਤਲਕ ਕੋਈ ਹੋਰ ਅਪਡੇਟ, ਕਿਉਂਕਿ ਕਈ ਵਾਰ ਬਹੁਤ ਬਿਜ਼ੀ ਲਾਈਫ ਹੈ, ਪਰ ਮੈਂ ਸਮਝਦਾ ਕਿ ਐਪਰੀਸ਼ੀਏਸ਼ਨ ਜ਼ਰੂਰ ਕੀਤੀ ਜਾਵੇ, ਕਿਉਂਕਿ ਉਹਨਾਂ ਦਾ ਸਾਰਾ ਆਰਟੀਕਲ ਜੋ ਲਿਖਤ ਦੇ ਰੂਪ ਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪਿਆ, ਉਸ ਕਰਕੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਜਿਨ੍ਹਾਂ ਨੇ ਬਲੈਕ ਫੰਗਸ ਤੇ ਗੱਲ ਕੀਤੀ ਹੈ ਤੇ 18 ਤੋਂ 45 ਸਾਲ ਉਮਰ ਵਰਗ ਦੇ ਟੀਕਾਕਰਨ ਬਾਰੇ ਜੋ ਡਾਕਟਰ ਕਰਨਜੀਤ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਉਸ ਤੇ ਜ਼ਰੂਰ ਗੌਰ ਫਰਮਾਉਂਦਿਆਂ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਵੈਸੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬੀ ਵੱਖ-ਵੱਖ ਮੁਲਕਾਂ 'ਚ ਜਾਂਦੇ ਨੇ, ਖੁਦਾ ਨਾ ਖਾਸਾ ਬਹੁਤ ਸਾਰੀਆਂ ਏਅਰਲਾਈਨਸ ਜਾਂ ਬਹੁਤ ਸਾਰੇ ਮੁਲਕ
ਇਹ ਹੁਕਮ ਵੀ ਲਾਗੂ ਕਰ ਸਕਦੇ ਹੋ ਕਿ ਤੁਸੀਂ ਆਪਣੇ ਮੁਲਕ ਦੇ ਵਿੱਚੋਂ ਕੋਵਿਡ ਦੀ ਵੈਕਸੀਨੇਸ਼ਨ ਕਰਾਈ ਹੈ ਜਾਂ ਨਹੀਂ। ਇਹ ਬੰਦਸ਼ ਵੀ ਲੱਗ ਸਕਦੀ ਹੈ। ਸੋ ਇਸ ਕਰਕੇ ਸਾਨੂੰ ਸਮੇਂ-ਸਮੇਂ ਸਿਰ ਜਿਹੜਾ ਹੈਗਾ ਇਹ ਵੈਕਸੀਨੇਸ਼ਨ ਲਗਵਾ ਲੈਣੀ ਚਾਹੀਦੀ ਹੈ ਬਿਨਾਂ ਕਿਸੇ ਵਹਿਮ ਤੋਂ। ਡਾਕਟਰ ਕਰਨਜੀਤ ਸਿੰਘ ਹੋਰਾਂ ਦਾ ਨੰਬਰ ਹੈ 98 148 15 427 ਤੇ ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਹਿਬ ਜਿਨ੍ਹਾਂ ਨੇ ਕਰੋਨਾ ਤੇ ਬਲੈਕ ਫੰਗਸ ਦੇ ਜਿਹੜੇ ਭੈ ਬਾਰੇ ਸਾਨੂੰ ਸੁਚੇਤ ਕੀਤਾ, ਖਾਸ ਕਰਕੇ ਸ਼ੂਗਰ ਪੇਸ਼ੈਂਟ ਨੂੰ ਬਹੁਤ ਸਤਰਕ ਕੀਤਾ, ਉਹਨਾਂ ਦਾ ਵੀ ਨੰਬਰ ਮੈਂ ਸਾਂਝਾ ਕਰਨਾ ਚਾਹਾਂਗਾ। ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਹਿਬ ਦਾ ਨੰਬਰ ਹੈ 98 158 08506 98158 08506 ਡਾਕਟਰ ਸ਼ਿਆਮ ਸੁੰਦਰ ਦੀਪਤੀ ਸਾਹਿਬ ਦਾ ਨੰਬਰ ਹੈ। ਤੇ ਡਾਕਟਰ ਕਰਨਜੀਤ ਜੀ ਹੋਰਾਂ ਦਾ ਨੰਬਰ, ਡਾਕਟਰ ਕਰਨਜੀਤ ਸਿੰਘ ਦਾ ਨੰਬਰ ਹੈ 9814315427। ਸੋ ਇਸ ਕਰਕੇ ਜ਼ਰੂਰ ਸਾਨੂੰ ਸਿਹਤ ਪ੍ਰਤੀ ਆ ਜਿਹੜੀ WhatsApp ਯੂਨੀਵਰਸਿਟੀ ਚੱਲਦੀ ਹੈ ਕਿ ਗੰਢੇ ਦਾ ਵਿਚਲਾ ਛਿਲਕਾ ਖਾਓ, ਇਹ ਕਰੋ, ਟੂਣਾ ਕਰੋ, ਫਲਾਂ ਕਰੋ, ਟਮਕਾਂ ਕਰੋ, ਉਹਨਾਂ ਟੋਟਕਿਆਂ ਤੋਂ ਬਚਦਿਆਂ ਇੱਕ ਟੈਕਨੀਕਲ ਮਾਹਰ ਦੀ ਰਾਏ ਲੈਂਦਿਆਂ ਜ਼ਰੂਰ ਆਪਣਾ ਟੀਕਾਕਰਨ ਜਾਂ ਹੋਰ ਇੰਤਜ਼ਾਮਾਤ ਕਰਨੇ ਚਾਹੀਦੇ ਨੇ। ਨਈਮ ਹਕੀਮ ਖਤਰਾ ਜਾਨ ਤੋਂ ਬਚਣਾ ਚਾਹੀਦਾ। ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪਾਂਸਰ ਨੇ ਤਰਸੇਮ ਸਿੰਘ ਗਿੱਲ ਜੋ ਕਿ ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਵਸਦੇ ਨੇ। 5 ਸਾਲ ਦਾ ਟੈਕਸ ਫਰਮਾਂ ਦੇ ਵਿੱਚ ਕੰਮ ਕਰਨ ਦਾ, ਵੱਡੀਆਂ ਫਰਮਾਂ ਦੇ ਵਿੱਚ ਕੰਮ ਕਰਨ ਦਾ ਤਜਰਬਾ, ਅਮਰੀਕਾ ਦੇ ਪੜ੍ਹੇ ਨੇ, ਜਿਨ੍ਹਾਂ ਤੋਂ ਤੁਸੀਂ ਇੰਡੀਵਿਜੂਅਲ ਜਾਂ ਬਿਜ਼ਨਸ ਵਪਾਰ ਦੀ ਰਿਟਰਨ ਫਾਈਲ ਕਰਵਾ ਸਕਦੇ ਹੋ। ਜੇ ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ, ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਸਪਾਊਸ ਕੇਸ ਅਪਲਾਈ ਕਰਨਾ, ਤਾਂ ਵੀ ਤਰਸੇਮ ਸਿੰਘ ਗਿੱਲ ਦੀਆਂ ਸੇਵਾਵਾਂ ਲੈ ਸਕਦੇ ਹੋ। ਨੰਬਰ ਹੈ 484 764 9861 484764 9861। ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਜਾਂਦੇ ਹੋ ਤਾਂ ਬ੍ਰੇਕਾਂ ਮਾਰੋ ਆਪਣੇ ਟਰੱਕ ਟਰਾਲੇ ਦੀਆਂ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ ਹੋਇਆ, ਬੈਠੋ, ਦੇਸੀ ਘਿਓ ਦੇ ਪਰੌਂਠਿਆਂ ਦਾ ਲੁਤਫ ਲਓ, ਦਹੀਂ ਦੇ ਨਾਲ ਭਾਰਤੀ ਲਜ਼ੀਜ਼ ਖਾਣੇ, ਵਿਦੇਸ਼ੀ ਖਾਣਿਆਂ ਦਾ ਲੁਤਫ ਲਓ, ਨਾਲ ਟਰੱਕ ਵਾਸ਼ ਕਰਾਓ, ਡੀਜ਼ਲ ਪਵਾਓ। ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93107। ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ। ਤੇ ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਅਦਾਰਾ ਹੈ, ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਅਗਰ ਤੁਹਾਨੂੰ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ ਡਰਾਈਵਿੰਗ ਦੇ ਕਿੱਤੇ ਦੇ ਵਿੱਚੋਂ ਜਾਂ ਰਿਨਿਊਵਲ ਹੋਣ ਵਾਲੀ ਹੈ ਤਾਂ ਤੁਰੰਤ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਮੁਤਲਕ ਸਾਂਝ ਬਣਾਓ। ਟੋਰਾਂਟੋ ਦੇ ਵਿੱਚ ਪੈਣ ਵਾਲੀ ਮਨਦੀਪ ਕੌਰ ਦਾ ਨੰਬਰ ਹੈ 647 615 5000 ਜਾਣੀ ਕਿ 647 615 5000। ਇਸੇ ਤਰ੍ਹਾਂ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਤੁਹਾਨੂੰ ਸਿਆਟਲ ਇਲਾਕੇ 'ਚ ਲੋਕਲ ਲੋਡ ਮੁਹੱਈਆ ਕਰਾਉਂਦੇ ਨੇ। ਰਾਤਾਂ ਬਾਹਰ ਝਾਕਣ ਦੀ ਜ਼ਰੂਰਤ ਨਹੀਂ ਹੈ। ਲੋਕਲ ਲੋਡ ਨੇ ਤੇ ਜਿਸ ਦੌਰਾਨ ਤੁਸੀਂ ਜਿਹੜਾ ਡਿਸਪੈਚ ਵੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਤੁਹਾਨੂੰ ਦਿੰਦੇ ਨੇ ਤੁਹਾਡੀ ਸਹੂਲਤ ਦੇ ਮੁਤਲਕ। ਤੇ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਜਗਦੇਵ ਸਿੰਘ ਸੰਧੂ ਬਾਈ ਜੀ ਦਾ ਨੰਬਰ ਹੈ 253 266 6924 253 266 6924। ਗੁਰਵਿੰਦਰ ਸਿੰਘ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਤੇ ਲਓ ਦੋਸਤੋ, ਚੜ੍ਹਦੀ ਕਲਾ 'ਚ ਰਹੋ, ਜ਼ਿੰਦਗੀ ਨੂੰ ਅੱਠੋ ਅੱਠ ਕਹਿ ਕੇ ਖੁਸ਼ਾਮਦੀਦ ਆਖੋ। ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦੀ ਕਹਾਣੀ ਹੈ, ਦੁੱਖ ਸੁੱਖ ਦੋਏ ਦਰ ਕਪਰੇ ਪੈਰ ਰਜਾਏ ਮਨੁੱਖ। ਸੋ ਸਾਡਾ ਸਿੱਖ ਇਤਿਹਾਸ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੀਤਾ ਦਾ ਫਲਸਫਾ ਕਿ ਕਰਮ ਕਰੋ ਫਲ ਦੀ ਆਸ ਨਾ ਰੱਖੋ। ਕਰਮ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਤੇ ਕਰਮ ਹੀ ਧਰਮ ਹੈ, ਵਰਕ ਹੀ ਵਰਸ਼ਿਪ ਹੈ। ਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਦਿਓ ਆ ਗਿਆ। ਗੁਜ਼ਾਰਿਸ਼ ਬੇਨਤੀ ਹੈ ਕਿ ਪ੍ਰੋਗਰਾਮਾਂ ਨੂੰ ਅਗਰ ਤੁਸੀਂ ਪਸੰਦ ਕਰਦੇ ਹੋ, ਖਾਸ ਕਰਕੇ ਡਾਕਟਰਸ ਦੇ ਆਰਟੀਕਲ ਤੁਹਾਨੂੰ ਕਿੱਦਾਂ ਲੱਗਦੇ ਨੇ ਜ਼ਰੂਰ ਦੱਸਿਆ ਕਰੋ। ਇਹਨਾਂ ਡਾਕਟਰ ਸਾਹਿਬ ਨੂੰ ਵੀ ਜਿਹੜਾ ਐਪਰੀਸ਼ੀਏਟ ਕਰਿਆ ਕਰੋ। ਆਰਟੀਕਲ ਤਾਂ ਹੋਰ ਬਹੁਤ ਸਾਰਾ ਮਟੀਰੀਅਲ ਸੀ ਪਰ ਹੁਣ ਸਮੇਂ ਦੀ ਸੀਮਾ ਹੈ ਤੇ ਬਾਕੀ ਕੁਝ ਤੁਹਾਡੀਆਂ ਵੀ ਹਦਾਇਤ ਰਹਿੰਦੀਆਂ ਨੇ ਕਿ ਸਿਹਤ ਦਾ ਥੋੜ੍ਹਾ ਖਿਆਲ ਤਵੱਜੋ ਰੱਖਿਆ ਜਾਵੇ। ਵੈਸੇ ਰੇਡੀਓ ਮੀਡੀਆ ਮੇਰਾ ਪੈਸ਼ਨ ਹੈ, ਮੇਰੇ ਜਜ਼ਬਾਤ ਨੇ, ਮੇਰੀ ਜ਼ਿੰਦਗੀ ਹੈ। ਸੋ ਇਸ ਕਰਕੇ ਨਿੱਕਾ ਜਿਹਾ ਮੰਚ ਤੁਹਾਡੀ ਬਦੌਲਤ ਸ਼ੁਰੂ ਕੀਤਾ। ਉਮੀਦ ਹੈ ਤੁਹਾਡਾ ਸਹਿਯੋਗ ਬਣਿਆ ਰਹੇਗਾ। ਸੋ ਪ੍ਰੋਗਰਾਮਾਂ ਨੂੰ ਅਗਰ ਪਸੰਦ ਕਰਦੇ ਹੋ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। WhatsApp 'ਤੇ ਵੀ ਆਪਣੇ ਲਿੰਕ ਸ਼ੇਅਰ ਕਰਿਆ ਕਰੋ। ਟਿਵਾਣਾ ਰੇਡੀਓ ਦਾ ਪੇਜ ਬਣਿਆ ਹੋਇਆ, Facebook ਦਾ, YouTube ਦਾ, ਅੱਗੇ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਓ। ਤੇ ਟਿਵਾਣਾ ਰੇਡੀਓ ਦਾ ਜਿਹੜੇ ਸਬਸਕ੍ਰਾਈਬਰ ਨੇ, ਜਿੰਨੇ ਕੁ ਮੇਰੇ ਕੋਲ ਲਿਸਟ ਸੀ,
ਉਹਨਾਂ ਦੇ ਮੈਂ 5 ਗਰੁੱਪ ਬਣਾਏ ਹੋਏ ਨੇ। ਤੁਸੀਂ ਉਸ ਗਰੁੱਪ ਦੇ ਵਿੱਚ ਕੋਈ ਆਪਣੇ ਦੋਸਤ ਮਿੱਤਰ ਨੂੰ ਸ਼ਾਮਲ ਕਰਨਾ ਚਾਹੋ ਤਾਂ ਵੀ ਮੈਨੂੰ 9876309655 ਤੇ ਦੱਸ ਦਿਓ, ਕਿਉਂਕਿ YouTube ਤੇ ਜਾ ਕੇ ਪ੍ਰੋਗਰਾਮ ਰੋਜ਼ ਲੱਭਣੇ ਦਿੱਕਤ ਹੈ। ਜੇ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਗਰੁੱਪ ਦੇ ਵਿੱਚ ਮੈਂ ਬਹੁਤ ਸੰਕੋਚ ਦੇ ਨਾਲ ਪੋਸਟ ਪਾਉਣਾ, ਉਹ ਵੀ ਸਿਰਫ ਰੇਡੀਓ ਦੀ, ਜਦੋਂ ਇਹਦਾ ਲਿੰਕ ਪਾਉਣਾ YouTube ਦਾ, ਤਾਂ ਜੋ ਕਈ ਵਾਰੀ ਹੁਣ ਵੱਖ-ਵੱਖ ਜ਼ੋਨ ਨੇ, ਪਤਾ ਨਹੀਂ ਤੁਸੀਂ ਸੁੱਤੇ ਹੋਵੋ ਤੇ ਇੱਧਰੋਂ ਟਿੰਗ ਟਿੰਗ ਮੈਸੇਜ ਦੀ ਹੋ ਜਾਵੇ ਤੇ ਫਿਰ ਬੜੀ ਤਕਲੀਫ ਹੁੰਦੀ ਹੈ। ਉਸ ਦੇ ਲਈ ਮੈਂ ਮਾਫੀ ਵੀ ਚਾਹੁੰਦਾ ਤੇ ਬੜੇ ਸੰਕੋਚ ਦੇ ਨਾਲ ਵਕਤ ਵੇਖ ਕੇ ਤੁਹਾਨੂੰ ਪੋਸਟ ਪਾਈ ਦੀ ਹੈ, YouTube ਦਾ ਲਿੰਕ ਪਾਈ ਦਾ ਪ੍ਰੋਗਰਾਮ ਦਾ। ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਇਸ ਗਰੁੱਪ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ 9876309655 ਤੇ ਮੈਨੂੰ ਮੈਸੇਜ ਕਰ ਦਿਓ ਤੇ ਉਸ ਸੱਜਣ ਦਾ ਨਾਂ ਤੇ ਮੁਲਕ ਦਾ ਨਾਂ ਭੇਜ ਦਿਓ ਤੇ ਉਹਨਾਂ ਨੂੰ ਫਿਰ ਉਹਨਾਂ ਦੇ WhatsApp ਤੇ ਇਹ YouTube ਲਿੰਕ ਮਿਲੇਗਾ। ਤੇ ਇਹ ਮੇਰੀ ਗੁਜ਼ਾਰਿਸ਼ ਹੈ ਕਿ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕੀਤਾ ਜਾਵੇ ਤੇ ਮੇਰੇ ਨਾਲ ਸੰਪਰਕ ਕਰਨਾ। ਸਟੂਡੀਓ ਦਾ ਵੀ ਇਹੀ ਲਾਈਨ ਹੈ 9876309655 9876309655 ਤੇ ਅਮਰੀਕਾ ਦੇ ਵਿੱਚ ਇਸ ਪ੍ਰੋਗਰਾਮ ਨੂੰ ਸੁਣਨ ਦੇ ਵਾਸਤੇ ਜਿਹੜਾ ਨੰਬਰ ਹੈ ਉਹ ਹੈ 667 930 9260 667 930 9260 ਤੇ WhatsApp ਨੰਬਰ 9876309655 ਆਪਣਾ ਤੇ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਹੈ ਮੇਰਾ, ਆਪਣਾ ਪਰਮਿੰਦਰ ਸਿੰਘ ਟਿਵਾਣਾ ਦਾ ਫੇਸਬੁੱਕ ਪੇਜ ਹੈ ਜਿਨ੍ਹਾਂ ਤੇ ਪ੍ਰੋਗਰਾਮ ਸ਼ੇਅਰ ਹੁੰਦੇ ਨੇ। ਤੇ YouTube ਤੇ ਹਾਜ਼ਰੀ ਲਵਾਈ ਹੈ ਕੋਹਨੂਰ ਹੋਰਾਂ ਨੇ। ਡਾਕਟਰ ਬਾਈ ਜੀ ਤੁਸੀਂ ਆਪਣਾ ਪਲੀਜ਼ ਨਾਂ ਲਿਖਦਿਆ ਕਰੋ, ਮੈਨੂੰ ਅਜੇ ਧਿਆਨ 'ਚ ਫੀਡ ਨਹੀਂ ਹੋਇਆ ਮਾਈਂਡ 'ਚ। ਕਹਿੰਦੇ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਵੱਲੋਂ COVID-19 ਤੇ ਉੱਲੀ ਰੋਗਾਂ ਸੰਬੰਧੀ ਜਿਹੜੀ ਜਾਣਕਾਰੀ ਪੇਸ਼ ਕੀਤੀ ਗਈ ਬਹੁਤ ਵਧੀਆ ਸੀ। ਕੋਰਟੀਕੋਸਟੀਰਾਇਡ ਦੀ ਅਨਾੜੀ ਹੱਥਾਂ ਦੇ ਵਿੱਚ ਕੀਤੀ ਗਈ ਵਰਤੋਂ ਮਨੁੱਖੀ ਸਰੀਰ ਦੇ ਲਈ ਬਹੁਤ ਵੱਡਾ ਖਿਲਵਾੜ ਹੈ। ਕੱਚੀ ਸ਼ੋਰ ਤੇ ਆਟਾ ਖਰਾਬ। ਬਹੁਤ ਸੋਹਣਾ ਖਾਣ ਲਿਖਿਆ ਡਾਕਟਰ ਸਾਹਿਬ ਤੁਸੀਂ। ਮੈਨੂੰ ਤੁਹਾਡਾ ਨਾਂ ਨਹੀਂ ਯਾਦ ਰਿਹਾ, ਸੌਰੀ, ਮੈਂ ਰਿਪੀਟ ਕਰ ਰਿਹਾ, ਨਾਂ ਆਪਣਾ ਪਾ ਦਿਆ ਕਰੋ ਪਲੀਜ਼। ਬਿਲਕੁਲ। ਸੋ ਇਸ ਕਰਕੇ ਜਿਹੜਾ ਕੋਰਟੀਕੋਸਟੀਰਾਇਡ ਹੈ ਬਹੁਤ ਸੋਚ ਸਮਝ ਕੇ ਦੇਣਾ ਚਾਹੀਦਾ। ਇਹ ਕੋਵਿਡ ਪੇਸ਼ੈਂਟ ਨੂੰ ਸ਼ੂਗਰ ਨੂੰ ਬਹੁਤ ਵਧਾਉਂਦਾ, 250 ਤੱਕ ਨਾਰਮਲ ਲੈ ਜਾਂਦਾ ਸ਼ੂਗਰ, ਜਿਨ੍ਹਾਂ ਦੀ ਆਲਰੇਡੀ ਹੈ ਤੇ ਉਹਨਾਂ ਦੀ ਵੇਖੋ ਕਿੱਥੇ ਪਹੁੰਚਦੀ ਹੈ। ਜਿਸ ਕਰਕੇ ਉੱਥੇ ਜਦੋਂ ਸ਼ੂਗਰ ਵਧੇਗੀ ਤੇ ਉੱਲੀ ਨੇ ਭੱਜੀ ਆਉਣਾ। ਸੋ ਇਹ ਬੇਨਤੀ ਹੈ ਕਿ ਉੱਲੀ ਐਡਾ ਹੋਊਗਾ ਨਹੀਂ ਹੈ। ਬਾਕੀ ਬਾਗਬਾਨੀ ਵਗੈਰਾ ਕਰਨ ਲੱਗਿਆ ਖਾਸ ਕਰਕੇ ਨੰਗੇ ਹੱਥ ਨਾ ਵਰਤੋ, ਕਿਉਂਕਿ ਬਾਗਾਂ ਦੇ ਵਿੱਚ ਬੂਟਿਆਂ ਦੇ ਥੱਲੇ ਗਮਲਿਆਂ 'ਚ ਨਮੀ ਬਹੁਤ ਹੁੰਦੀ ਹੈ। ਖਾਸ ਕਰਕੇ ਕੂਲਰ ਤੋਂ ਵੀ ਥੋੜਾ ਬਚਾਅ ਰੱਖੋ, ਪਾਣੀ ਰੋਜ਼ ਬਦਲੋ, ਸੁਕਾ ਕੇ ਰੱਖੋ। ਜਿਹੜੀਆਂ ਟੂਟੀਆਂ ਰਿਸਦੀਆਂ ਨੇ, ਤੁਪਕਾ ਡਿੱਗਦਾ, ਉਹ ਵੀ ਤੁਹਾਡੇ ਲਈ ਖਤਰਨਾਕ ਹੋ ਸਕਦੀਆਂ ਨੇ। ਉੱਥੇ ਵੀ ਇਹਨੇ ਦਿਨੇ ਸਿੱਲ ਪੈਂਦੀ ਹੈ। ਕੋਸ਼ਿਸ਼ ਕਰਿਆ ਕਰੋ ਕਿ ਚੰਗੀ ਤਰ੍ਹਾਂ ਉਹਨਾਂ ਨੂੰ ਵੀ ਸਾਫ਼ ਕਲੀਨ ਕਰਕੇ ਰੱਖੋ, ਲੀਕੇਜ ਬੰਦ ਕਰਕੇ ਰੱਖੋ। ਇਹ ਕੁਝ ਇੱਕ ਸਾਵਧਾਨੀਆਂ ਵਰਤੋ ਤਾਂ ਇਹ ਸਾੜ ਸਤੀ ਸਾਡੇ ਲਈ ਕੁਝ ਵੀ ਨਹੀਂ ਹੈ। ਰੂਬੀ ਮੰਝ ਬਾਈ ਜੀ ਜੋੜੇ ਨੇ, ਰੋਬੀ ਤੇ ਮਨਦੀਪ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕੋਲਡ ਡਰਿੰਕ ਦੀ ਜਗ੍ਹਾ ਲੱਸੀ ਹੀ ਵਰਤਣੀ ਚਾਹੀਦੀ ਹੈ ਜੀ ਸਾਰਾ ਟਾਈਮ। ਚੰਗੀ ਗੱਲ ਹੈ ਜੀ, ਅੱਜ ਕੱਲ੍ਹ ਤਾਂ ਕੱਚੀ ਲੱਸੀ ਵੀ ਗੁੱਡ ਹੈ, ਠੰਡੀ ਨਾ ਹੋਵੇ ਬਲਕਿ ਬਹੁਤੀ। ਬੈਦਵਾਨ ਬਾਈ ਜੀ ਥੈਂਕ ਯੂ ਤੇ ਗੈਰੀ ਜੀ ਥੈਂਕ ਯੂ। ਰਜਿੰਦਰ ਕੁਮਾਰ ਥੈਂਕ ਯੂ, ਬਹੁਤ ਬਹੁਤ ਧੰਨਵਾਦ ਬਾਈ ਜੀ। ਦਿਦਾਰ ਸਿੰਘ ਫੇਸਬੁੱਕ ਤੇ ਨਹੀਂ ਚੱਲ ਰਿਹਾ ਜੀ, ਬਹੁਤ ਲੋਕਾਂ ਦਾ ਉਸ ਬਾਰੇ ਦੱਸੋ। ਅੱਛਾ, ਫੇਸਬੁੱਕ ਬੰਦ ਹੋ ਗਿਆ ਬਹੁਤ ਲੋਕਾਂ ਦਾ, ਫੇਸਬੁੱਕ ਲਾਈਵ। ਮੇਰਾ ਤੇ ਆਪ ਇੱਕ ਬੰਦ ਕੀਤਾ ਹੋਇਆ ਦਿਦਾਰ ਜੀ, ਦੂਜੇ ਚੱਲ ਰਹੇ ਨੇ ਦੇਖੋ। ਕਿਉਂਕਿ ਲਾਈਵ ਲੋਕੀ ਕਰਦੇ ਬਹੁਤ ਸੀ ਤੇ ਸਰਕਾਰ ਦੇ ਖਿਲਾਫ ਬੋਲਦੇ ਸੀ, ਇਸ ਕਰਕੇ ਭਾਈ ਫੇਸਬੁੱਕ ਨੇ ਥੋੜਾ ਜਿਹਾ ਫਰੈਂਡਲੀ ਹੋਈ ਹੋਣੀ ਹੈ ਮੋਦੀ ਸਾਹਿਬ ਨਾਲ, ਇਸ ਕਰਕੇ ਫੇਸਬੁੱਕ ਲਾਈਵ ਬੰਦ ਹੋਇਆ ਹੋਣਾ। ਬਾਕੀ ਮੈਨੂੰ ਡਿਟੇਲ ਨਹੀਂ ਪਤਾ ਇਹਦੀ ਕੀ ਕਾਰਨ ਹੈ। ਤੇ ਮਿਕਸਿੰਗ ਕਹਿੰਦੇ ਇਹਨਾਂ ਲੀਡਰਾਂ ਦੇ ਲਾਈਕ ਹੰਸਰਾਜ, ਚੰਨੀ, ਸ਼ਮਸ਼ੇਰ ਸਿੰਘ, ਦੇ ਆਰ ਮਚ ਬੈਟਰ ਦੈਨ ਜਰਨਲ ਕਲਾਸਿਸ। ਹਾਂ, ਅਮੀਰ ਲੋਕ ਨੇ ਜੀ। ਸੋ PVX ਕਹਿੰਦੇ ਮੇਰੇ ਪਾਪਾ ਦੇ ਸਵਰਗਵਾਸ ਹੋਣ ਦਾ ਅਫਸੋਸ ਹੈ। ਬਿਮਾਰੀ ਤੋਂ ਆਪਣਾ ਬਚਾਅ ਰੱਖੋ। ਪੰਜਾਬ ਦੇ ਸਿਹਤ ਵਿਭਾਗ ਤੋਂ ਸਾਰੇ ਪਰਿਵਾਰ ਦਾ ਟੈਸਟ ਕਰਵਾਓ। ਹੋਮਿਓਪੈਥੀ ਆਰਸੈਨਿਕ ਜਿਹੜੀ ਮੈਡੀਸਨ ਹੈ 30 ਪੋਟੈਂਸੀ ਦੇ 3 ਦਿਨ ਰੋਜ਼ ਖੁਰਾਕ ਲਵੋ। ਥੈਂਕ ਯੂ ਜੀ। ਪਰਮਿੰਦਰ ਸਿੱਧੂ ਬਾਈ ਜੀ ਤੇ ਗੀਤ ਭਾਗਵਤ। BJP ਪਾਰਟੀ ਦਾ ਫੰਡ ਕਿਵੇਂ 2500 ਕਰੋੜ ਤੋਂ ਬਾਅਦ ਹੈ ਜਿੱਦਾਂ ਕਿ ਬਾਕੀ ਪਾਰਟੀਆਂ ਦਾ ਫੰਡ 50 ਜਾਂ 100 ਕਰੋੜ ਤੋਂ ਵੱਧ ਹੈ। ਦੇਖੋ ਜੀ, ਸੱਤਾਧਾਰੀ ਪਾਰਟੀ ਨੂੰ ਫੰਡਿੰਗ ਹਰ ਪਾਰਟੀ ਦਿੰਦੀ ਹੈ ਜੀ। ਚੱਲਦੀ ਬੱਸ ਦੇ ਵਿੱਚ ਹਰ ਕੋਈ ਸਵਾਰ ਹੋਣਾ ਚਾਹੁੰਦਾ, ਇਸ ਕਰਕੇ BJP ਦਾ ਫੰਡ ਬਾਈ ਜੀ ਵੱਧ ਰਿਹਾ। ਤੇ ਜਗਤਾਰ ਸਿੰਘ ਸਿਆੜ ਥੈਂਕ ਯੂ ਬਾਈ ਜੀ, ਮਿਹਰਬਾਨੀ। ਦੁਆਵਾਂ ਤੁਹਾਡੀਆਂ ਵੱਡੇ ਵੀਰਾਂ ਦੀਆਂ, ਜਗਤਾਰ ਸਿੰਘ ਸਿਆੜ ਵਾਲਿਓ। ਤੇ ਸਾਧ ਧਰਮ ਸਿੰਘ ਹੋਰੀ ਜੁੜੇ ਨੇ, ਥੈਂਕ ਯੂ। ਤੇ ਸਾਬ ਬਲਾਜ ਸਿੰਘ ਸੰਧੂ ਵਾਸ਼ਿੰਗਟਨ ਫਰੇਟ ਸਰਵਿਸ ਤੋਂ ਮਿਕਸਿੰਗ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। PVX ਕਹਿੰਦੇ ਸਾਨੂੰ ਆਕਸੀਜਨ ਸਿਲੰਡਰ ਨਹੀਂ ਮਿਲਿਆ ਤੇ ਬਾਪੂ ਜੀ ਚਲਾਣਾ ਕਰ ਗਏ ਬਠਿੰਡਾ ਤੋਂ।
ਵੈਰੀ ਸੈਡ, ਬਹੁਤ ਅਫਸੋਸ ਹੋਇਆ ਜੀ। PBX 3 ਵਾਲੇ ਲਿਖਦੇ ਨੇ ਬਾਈ ਜੀ ਕਿ ਆਕਸੀਜਨ ਸਿਲੰਡਰ ਨਹੀਂ ਮਿਲਿਆ ਤੇ ਉਹਨਾਂ ਦੇ ਬਾਬਲ ਸਵਰਗਵਾਸ ਹੋ ਗਏ ਨੇ ਬਠਿੰਡਾ ਤੋਂ। ਸਿਹਤ ਸੇਵਾਵਾਂ ਦਾ ਬਹੁਤ ਮੰਦਾ ਹਾਲ ਹੈ। ਵੈਸੇ ਸਰਕਾਰ ਦੀ ਤਾਂ ਕੋਸ਼ਿਸ਼ ਹੈ ਕਿ ਸਰਕਾਰੀ ਜਿਹੜੇ ਸੈਂਟਰ ਨੇ, ਹਸਪੀਟਲ ਨੇ, ਉੱਥੇ ਆਕਸੀਜਨ ਦੀ ਘਾਟ ਨਾ ਹੋਵੇ। ਇਸ ਕਰਕੇ ਸਰਕਾਰ ਦਾ ਜਿੰਨਾ ਇੰਤਜ਼ਾਮਾਤ ਹੈ, ਜਿੰਨੀਆਂ ਵੀ ਗੈਸ ਏਜੰਸੀ ਨੇ, ਉਹਨਾਂ ਤੋਂ ਸਿੱਧੀ ਸਪਲਾਈ ਹੈ ਜਿਹੜੀ ਉਹ ਸਰਕਾਰੀ ਹਸਪਤਾਲਾਂ ਨੂੰ ਪਹਿਲ ਦੇ ਆਧਾਰ ਤੇ ਹੁੰਦੀ ਹੈ, ਉਸ ਤੋਂ ਬਾਅਦ ਪ੍ਰਾਈਵੇਟ ਨੂੰ ਦਿੱਤੀ ਜਾਂਦੀ ਹੈ। ਸੋ ਬੜਾ ਅਫਸੋਸ ਹੋਇਆ ਦੇਖੋ ਆਕਸੀਜਨ ਦੀ ਘਾਟ। ਸੋ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਆਉਣ ਵਾਲੇ ਸਮੇਂ 'ਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਰੁੱਖ ਲਾਏ ਜਾਣ ਤੇ ਸਾਡਾ ਆਲਾ ਦੁਆਲਾ ਹਰਿਆ ਭਰਿਆ ਰਹੇ। ਸੋ ਮਾਤਾ ਧਰਤ ਮਹਤ ਪਵਨ ਗੁਰੂ ਪਾਣੀ ਪਿਤਾ ਦੇ ਅਸੀਂ ਅਸਲ ਮਾਨਿਆਂ 'ਚ ਧਾਰਨੀ ਬਣੀਏ। ਸਿਕੰਦਰ ਸਿੰਘ ਔਜਲਾ ਕਹਿੰਦੇ ਤੁਹਾਨੂੰ ਕਿਹੜੀ ਪਾਰਟੀ ਪੱਤਰਕਾਰ ਵਿੰਗ 'ਚੋਂ ਲੈ ਰਹੀ ਹੈ? ਸਾਨੂੰ ਕਿਹਨੇ ਲੈਣਾ ਵੀਰ, ਸਾਡੇ ਤੇ ਆਪਣੇ ਕਾਰਡ ਬੰਦ ਹੋ ਗਏ ਨੇ। ਸਾਡਾ ਤਾਂ ਹੁਣ ਇਹ ਹੈ ਕਿ ਦੇਖੋ ਸੋਸ਼ਲ ਸਾਈਟਸ ਤੇ ਕੀਤਾ ਕੁਛ ਨਹੀਂ, ਅਜੇ ਪਾਬੰਦੀਆਂ ਫੇਰ ਲੱਗੀ ਜਾ ਰਹੀਆਂ ਨੇ। ਜਿਹੜੇ ਸਰਕਾਰਾਂ ਨਾਲ ਸਾਂਝ ਪਾ ਕੇ ਰੱਖਦੇ ਨੇ ਮੌਜਾਂ ਕਰਦੇ ਨੇ, ਪਰ ਅਸੀਂ ਤੁਹਾਡੇ ਮਿੱਤਰਾਂ ਦੇ ਸਿਰ ਤੇ ਮੌਜਾਂ ਕਰਦੇ ਹਾਂ। ਹਰਵਿੰਦਰ ਜੌਲ ਕਹਿੰਦੇ ਤੁਸੀਂ ਸਹੀ ਗੱਲ ਕਰਨੀ ਹੈ, ਉਹਨਾਂ ਨੇ ਤੁਹਾਨੂੰ ਨਹੀਂ ਲੈਣਾ ਪੱਤਰਕਾਰ ਵਿੰਗ 'ਚ। ਸਾਨੂੰ ਤਾਂ ਸਾਰਿਆਂ ਦੀਆਂ ਹੀ ਘੁਰਕੀਆਂ ਆਉਂਦੀਆਂ ਨੇ, ਕਦੇ ਟਕਸਾਲੀਆਂ ਦੀਆਂ, ਕਦੇ ਅਕਾਲੀਆਂ ਦੀਆਂ, ਕਦੇ ਕਾਂਗਰਸੀਆਂ ਦੀਆਂ, ਕਦੇ ਆਪ ਵਾਲਿਆਂ ਦੀਆਂ। ਦਰਵੀਰ ਸਿੰਘ ਰੰਧਾਵਾ ਕਹਿੰਦੇ ਫਾਰਮਿੰਗ ਇਜ਼ ਆਵਰ ਕਲਚਰ ਰੂਟਸ, ਆਵਰ ਐਲਡਰ ਆਰ ਫਾਈਟਿੰਗ ਫਾਰ ਦਿਸ। ਥੈਂਕ ਯੂ ਜੀ, ਮਿਹਰਬਾਨੀ। ਸਿਕੰਦਰ ਸਿੰਘ ਔਜਲਾ ਕਹਿੰਦੇ 97 'ਚ ਬੀਬੀ ਜੀ ਨੇ ਸਾਰਾ ਕੁਝ ਸਾਂਭ ਲਿਆ, ਫਿਰ ਬਾਦਲ ਜੀ ਵਿਚਾਰੇ ਬਣ ਗਏ, ਹੌਲੀ ਹੌਲੀ ਪਰਿਵਾਰ ਹੀ। ਤੇ ਜਸਵੀਰ ਸਿੰਘ ਥੈਂਕ ਯੂ, ਧਾਲੀਵਾਲ ਗੁਰਪਿੰਦਰ ਸਿੰਘ ਥੈਂਕ ਯੂ, ਬਲਜੀਤ ਸਿੰਘ ਬਾਲ, ਸੰਧੂ ਸਾਹਿਬ ਤਰਕਸ਼ੀਲ ਧੰਨਵਾਦ। ਲਓ ਦੋਸਤੋ, ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਰੱਬ ਰਾਖਾ, ਸ਼ੱਬਾ ਖੈਰ, ਸਤਿ ਸ਼੍ਰੀ ਅਕਾਲ।